इस वार तो बाद अगली वार इसे राग विच, क्योंकि इस राग दियां दो वारां है। अगली वार गुरु अर्जन साहब जी की शुरू हो रही है ਅਤੇ गुरु अर्जन साहब जी की ये शुरू हो रही वार ਇਹਦੀਆਂ 21 पौड़ियां ने। ਇਹ ਵਾਰ ਜਿਹੜੀ ਅਸੀਂ ਪੜ੍ਹਨ ਲੱਗੇ ਹਾਂ, ਇਸ ਵਾਰ ਦੇ ਉੱਤੇ ਵੀ ਧੁਨੀ ਦਰਜ ਕੀਤੀ ਹੋਈ ਹੈ। ਜਿਵੇਂ ਆਪਾਂ ਉਦਣ ਵੀ ਗੱਲ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਜੀ ਦੀਆਂ 9 ਵਾਰਾਂ ਤੇ ਧੁਨੀਆਂ ਦਰਜ ਹੈ। ਅਸੀਂ ਇੱਕ ਵਾਰ ਪਿੱਛੇ ਵੀ ਦੇਖੀ ਹੈ, ਇੱਕ ਵਾਰ ਅਸੀਂ ਅੱਜ ਇਹ ਪੜ੍ਹਨ ਲੱਗੇ ਹਾਂ ਜਿਹਦੇ ਉੱਤੇ ਗੁਰੂ ਅਰਜਨ ਸਾਹਿਬ ਜੀ ਦੀ ਵਾਰ ਦੇ ਉੱਤੇ ਧੁਨੀ ਦਰਜ ਕੀਤੀ ਹੋਈ ਆ। ਸੋ ਆਓ ਅਸੀਂ ਇਸ ਵਾਰ ਦੇ ਪਾਠ ਨਾਲ ਜੁੜਨ ਦਾ ਯਤਨ ਕਰਦੇ ਹਾਂ। ਕੋਸ਼ਿਸ਼ ਕਰਾਂਗੇ ਕਿ ਅੱਜ ਇਹ ਵਾਰ ਸਾਰੀ ਆਪਣੀ ਸੰਪੂਰਨ ਹੋਵੇ। ਸੋਮਵਾਰ ਤੋਂ ਫਿਰ ਅਗਲੀ ਵਾਰ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ, ਜਾਂ ਇੱਦਾਂ ਕਹਿ ਲਓ ਕਿ ਜਿਹੜੀ ਸਾਡੇ ਨਿਤਨੇਮ ਦਾ ਹਿੱਸਾ ਵੀ ਹੈ, ਰੋਜ਼ਾਨਾ ਗੁਰਦੁਆਰਿਆਂ ਦੇ ਅੰਦਰ ਕੀਰਤਨ ਹੋ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਰੋਜ਼ਾਨਾ ਕੀਰਤਨ ਸਾਡੇ ਘਰਾਂ ਤੱਕ ਵੀ ਆ ਰਿਹਾ ਹੈ। तो बहुत सारे वीर भैणा आसा महला पहला वार सलोकां नाल वाली उस वार नूं सुणदे रहिंदे आ, पढ़ते रहंदे आ। बहुत सारे वीरां भैणां नूं याद भी होएगा। सो आओ असीं कोशिश करते हैं कि अज गुरु अर्जन साहब जी की गौड़ी की वार जिहड़ी है ये आपां पढ़ सकीए और फिर इस तो बाद अगे आपां चलांगे। गौड़ी की बार महला पंजवा, राय कमाल दी मौज दी की बार की तो नुब्बर गावणी। एक ओंकार सत गुर प्रसाद, सलोक महला पंजवा। हर हर नाम जो जन जपै, सो आया परवान। तिस जन कै बलिहारण, जिन भजया प्रभ निर्वाण। जन्म मरण दुख कटिया, हर भेटिया पुरख सुजान। संत संग सागर तरे, जन नानक सच्चा तान। महला पंजवा। भलके उठ पराहुणा, मेरा घर आवो। पाऊं पखाला तिसके, मन तन नित भावो। नाम सुने नाम संग्रह है, नामे दा पंजवा। नानक सोई दिन सुहावड़ा, चित प्रभ आवे चित। चित दिन विसरै पार ब्रह्म, पिट भलेरी रुत। महला पंजवा। हाँ जी, इस श्लोक नूं नोट कर लियो जी। गुरु अर्जन साहब जी का स्पष्ट फैसला आ, दिन उही चंगा है जिस दिन जिस समय सच्चा साहिब चित्त विच आ जाए। जिस दिन पार ब्रह्म परमेश्वर मनुख नूं विसर जाए, वो रुत, वो समा, वो दिन माड़ा है। और जदों सतगुरु जी दे ये वाक असी पढ़ रहे हैं तो सानू सहज नाल ही इस गल नूं स्वीकार कर लेना चाहिए। सिख लई कोई भी दिन चंगा नहीं, कोई भी दिन माड़ा नहीं। कोई समा, कोई घड़ी, कुछ भी चंगा नहीं, कुछ भी माड़ा नहीं। समा ओहो ही चंगा है, समा ओहो ही वधिया है, दिन ओहो ही वधिया है जदों साडे चित्त विच सतगुरु जी का उपदेश वसिया रवे। असी गुरु के हुक्म तो विरोध विच कोई काम ना करिए। दिन ओहो ही, समा ओहो ही चंगा है।
ਅਸੀਂ ਦਿਨਾਂ ਵਾਰਾਂ ਨੂੰ ਪਵਿੱਤਰ ਜਾਂ ਮਹੱਤਵ ਦਿੰਦੇ ਰਹਿੰਦੇ ਹਾਂ, ਕਿਉਂਕਿ ਬਹੁਤ ਸਾਰਾ ਸਾਡੇ ਆਲੇ ਦੁਆਲੇ ਦਾ ਪਸਾਰਾ ਇਦਾਂ ਪਸਰਿਆ ਹੋਇਆ ਹੈ। ਸਾਡਿਆਂ ਗੁਰਦੁਆਰਿਆਂ 'ਚ ਗੁਰਪੁਰਬ ਵੀ ਨਹੀਂ ਲਿਖੇ ਜਾਂਦੇ, ਤਾਂ ਗੁਰਦੁਆਰਿਆਂ ਦੇ ਬੋਰਡਾਂ ਦੇ ਉੱਤੇ ਕਈ ਦਿਨ ਪਹਿਲਾਂ ਹੀ ਇਹ ਸੂਚਨਾ ਲਿਖ ਦਿੱਤੀ ਜਾਂਦੀ ਹੈ, ਇਸ ਦਿਨ ਸੰਗਰਾਂਦ ਦਾ ਪਵਿੱਤਰ ਦਿਹਾੜਾ, ਇਸ ਦਿਨ ਪਵਿੱਤਰ ਪੂਰਨਮਾਸ਼ੀ, ਇਸ ਦਿਨ ਪਵਿੱਤਰ ਮੱਸਿਆ ਦਾ ਦਿਹਾੜਾ। ਤੋਂ ਪਹਿਲਾਂ ਜਦੋਂ ਅਸੀਂ ਪੁਰਾਣਾ ਸਮਾਂ ਦੇਖ ਰਹੇ ਹਾਂ ਤਾਂ ਇਹ 3 ਕੀ ਦਿਹਾੜੇ ਸਾਡਿਆਂ ਗੁਰਦੁਆਰਿਆਂ ਵਿੱਚ ਸੀ, ਪਰ ਇਸ ਵੇਲੇ ਵੱਧ ਕੇ ਕੰਮ ਹੁਣ ਪੰਚਮੀ ਵੀ ਮਨਾਈ ਜਾ ਰਹੀ ਹੈ, ਦਸਵੀਂ ਵੀ ਮਨਾਈ ਜਾ ਰਹੀ ਹੈ, ਇਕਾਦਸ਼ੀ ਵੀ ਮਨਾਈ ਜਾ ਰਹੀ ਹੈ। ਪਤਾ ਨਹੀਂ ਕੀ ਕੁਛ ਅਸੀਂ ਕਰਕੇ ਬਹਿ ਗਏ ਹਾਂ। ਸੰਗਰਾਂਦ ਮਹੀਨਾ ਸ਼ੁਰੂ ਹੋ ਰਿਹਾ, ਅਸੀਂ ਸਮਾਜ ਵਿੱਚ ਰਹਿੰਦੇ ਹਾਂ, ਸਾਰਾ ਵਰਤੋਂ ਵਿਹਾਰ ਹਿਸਾਬ ਕਿਤਾਬ ਰੱਖ ਰਖਾ ਅਸੀਂ ਦਿਨਾਂ ਦੇ ਤਰੀਕਾਂ ਦੇ ਹਿਸਾਬ ਨਾਲ ਹੀ ਕਰਦੇ ਹਾਂ। ਮਹੀਨਾ ਆਰੰਭ ਹੋ ਰਿਹਾ, ਸਾਨੂੰ ਪਤਾ ਹੋਵੇ, ਇਹਦੇ 'ਚ ਕੋਈ ਸ਼ੱਕ ਨਹੀਂ। ਜੇ ਗੁਰਦੁਆਰਾ ਸਾਹਿਬ ਤੋਂ ਵੀ ਅਨਾਉਂਸ ਹੋ ਰਿਹਾ ਕਿ ਅੱਜ ਮਹੀਨੇ ਦੀ ਆਰੰਭਤਾ ਹੈ, ਕੋਈ ਦਿੱਕਤ ਨਹੀਂ। ਪਰ ਜੇ ਅਸੀਂ ਇਸ ਮਨਸ਼ਾ ਨਾਲ ਆ ਰਹੇ ਹਾਂ ਕਿ ਅੱਜ ਸੰਗਰਾਂਦ ਹੈ ਤੇ ਅੱਜ ਮੱਥਾ ਟੇਕੋ, ਅੱਜ ਸਵੇਰੇ ਜਿਹੜਾ ਗੁਰਦੁਆਰੇ ਸੰਗਰਾਂਦ ਵਾਲੇ ਦਿਨ ਪਹਿਲਾਂ ਸਵੇਰੇ ਜਾ ਆ ਉਹਦੀ ਹਾਜ਼ਰੀ ਲੱਗ ਗਈ ਤੇ ਮਹੀਨਾ ਮੁੜ ਕੇ ਗੁਰਦੁਆਰੇ ਨਹੀਂ ਵੜਦੇ। ਅਸੀਂ ਉਡੀਕ ਕਰਦੇ ਰਹਿੰਦੇ ਕਦੋਂ ਸੰਗਰਾਂਦ ਆਵੇ। ਸੰਗਰਾਂਦ ਦੀ ਪੂਜਾ ਸੂਰਜ ਦੀ ਪੂਜਾ ਹੈ ਸਾਡੇ ਗੁਰਦੁਆਰਿਆਂ 'ਚ, ਕਿਉਂਕਿ ਸੰਗਰਾਂਦ ਦਾ ਸੰਬੰਧ ਸਿੱਧਾ ਸੂਰਜ ਨਾਲ ਹੈ। ਸੂਰਜ ਆਪਣਾ ਇੱਕ ਘਰ, ਇੱਕ ਪੜਾਅ, ਇੱਕ ਰਾਸ਼ੀ ਛੱਡ ਕੇ ਦੂਜੀ ਰਾਸ਼ੀ ਦੇ ਵਿੱਚ ਸ਼ਾਮਲ ਹੋ ਰਿਹਾ ਹੈ, ਦੂਜੇ ਪੜਾਅ ਵਿੱਚ ਉਹ ਦਾਖਲ ਹੋ ਰਿਹਾ ਹੈ। ਸੂਰਜ ਦਾ ਇੱਕ ਰਾਸ਼ੀ ਨੂੰ ਛੱਡ ਕੇ ਦੂਜੀ ਰਾਸ਼ੀ ਦੇ ਵਿੱਚ ਪ੍ਰਵੇਸ਼ ਹੋਣਾ ਤੇ ਅਸੀਂ ਪੂਜਾ ਕਰ ਰਹੇ ਹਾਂ। ਇਹ ਹਿੰਦੂ ਸਿਸਟਮ 'ਚੋਂ ਆਇਆ ਹੋਇਆ ਸਿਲਸਿਲਾ ਹੈ। ਅਸੀਂ ਪੂਜਾ ਕਰ ਰਹੇ ਹਾਂ ਕਿ ਹੇ ਸੂਰਜ ਦੇਵਤੇ, ਆ ਜਿਹੜੀ ਨਵੀਂ ਰਾਸ਼ੀ ਵਿੱਚ ਤੂੰ ਪ੍ਰਵੇਸ਼ ਹੋਇਆ, ਨਵੇਂ ਘਰ ਵਿੱਚ ਪ੍ਰਵੇਸ਼ ਹੋਇਆ, ਸੁੱਖ ਸਾਂਦੀ ਰੱਖੀ, ਕੋਈ ਇਹੋ ਜਿਹੀ ਵਿਪਤਾ ਖੜੀ ਨਾ ਹੋ ਜਾਏ। ਪੂਰਨਮਾਸ਼ੀ ਤੇ ਮੱਸਿਆ ਦੋਵੇਂ ਚੰਦਰਮਾ ਨਾਲ ਦਿਹਾੜੇ ਸੰਬੰਧਿਤ ਹੈ, ਦੋਵੇਂ ਦਿਹਾੜੇ ਚੰਦਰਮਾ ਨਾਲ ਸੰਬੰਧਿਤ ਹੈ। ਪੂਰਨਮਾਸ਼ੀ 15 ਦਿਨਾਂ ਬਾਅਦ ਚੰਦਰਮਾ ਆਕਾਸ਼ ਵਿੱਚ ਪੂਰਾ ਹੋਇਆ, ਫਿਰ ਰੋਜ਼ ਘਟਦਾ 15 ਦਿਨਾਂ ਬਾਅਦ ਆਕਾਸ਼ ਵਿੱਚੋਂ ਅਲੋਪ ਹੋਇਆ, ਮੱਸਿਆ ਆਈ। ਮੱਸਿਆ ਵਾਲੀ ਰਾਤ ਨੂੰ ਚੰਦਰਮਾ ਆਕਾਸ਼ ਵਿੱਚ ਨਹੀਂ, ਪੂਰਨਮਾਸ਼ੀ ਵਾਲੀ ਰਾਤ ਨੂੰ ਚੰਦਰਮਾ ਪੂਰਾ ਆਕਾਸ਼ ਵਿੱਚ ਹੈ। 15 ਦਿਨ ਚੰਦਰਮਾ ਆਕਾਸ਼ ਵਿੱਚ ਥੋੜਾ ਕਰਕੇ ਅੱਗੇ ਵੱਧਦਾ ਹੈ, ਪੂਰਨਮਾਸ਼ੀ ਨੂੰ ਪੂਰਾ ਚੰਦਰਮਾ ਹੈ। ਪੂਰਨਮਾਸ਼ੀ ਤੋਂ ਬਾਅਦ ਲਗਾਤਾਰ ਥੋੜਾ ਘਟਦਾ ਮੱਸਿਆ ਵਾਲੀ ਰਾਤ ਨੂੰ ਪੂਰਨ ਤੌਰ ਤੇ ਸਾਰੀ ਰਾਤ ਆਕਾਸ਼ ਵਿੱਚੋਂ ਚੰਦਰਮਾ ਗਾਇਬ ਰਹਿੰਦਾ ਹੈ। ਤੋ ਚੰਦਰਮਾ ਦੇ ਵਧਣ ਘਟਣ ਦੇ ਇਸ ਸਿਲਸਿਲੇ ਨੂੰ ਥਿੱਤ ਕਹਿੰਦੇ ਆ। ਇਹਨੂੰ ਥਿੱਤਾਂ ਕਿਹਾ ਜਾਂਦਾ ਹੈ। 15 ਥਿੱਤਾਂ ਵੱਧਦਾ ਹੈ, 15 ਥਿੱਤਾਂ ਇਹ ਘਟਦਾ ਹੈ। ਤੋ ਅਸੀਂ ਥਿੱਤਾਂ ਦੀ ਪੂਜਾ ਕਰ ਰਹੇ ਹਾਂ, ਅਸੀਂ ਥਿੱਤਾਂ ਨਾਲ ਜੁੜੇ ਹੋਏ ਹਾਂ। ਤੋ ਜਦ ਕਿ ਇਹ ਸ਼ਲੋਕ ਆਪ ਜੀ ਦੇ ਸਾਹਮਣੇ ਆ, ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੇ ਚਿਤ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿੱਟ ਭੁਲੇਰੀ ਰੁੱਤ। ਹਾਂਜੀ। ਮਹਿਲਾ ਪੰਜਵਾਂ। ਨਾਨਕ ਮਿਤਰਾਈ ਤਿਸ ਸਿਉ, ਸਭ ਕਿਛ ਜਿਸ ਕੈ ਹਾਥ, ਤੋ ਮਿਤਰਾ ਸੇ ਮਾਨੀਐ, ਇਕ ਵਿਖ ਨ ਚੱਲੈ ਸਾਥ। ਪੌੜੀ। ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਭਾਈ, ਜਿਸ ਸਿਮਰਤ ਸੁਖ ਪਾਈਐ, ਸਦ ਤਿਖਾ ਬੁਝਾਈ। ਕਰ ਸੇਵਾ ਪਾਰ ਬ੍ਰਹਮ ਗੁਰ, ਭੁਖ ਰਹਿ ਨਾ ਖਾਈ, ਸਗਲ ਮਨੋਰਥ ਪੁੰਨਿਆ, ਅਮਰਾ ਪਦ ਪਾਈ। ਤੁਧ ਜੀਵਨ ਤੂੰ ਹੈ ਪਾਰ ਬ੍ਰਹਮ, ਨਾਨਕ ਸ਼ਰਨਾਈ। ਸ਼ਲੋਕ ਮਹਿਲਾ ਪੰਜਵਾਂ। ਵਿਖੜੋ ਹਵ ਠਾਏ, ਕੂੜ ਨ ਕਾਈ ਜਾਏ, ਨਾਨਕ ਲੱਤਾ ਤੈਨ ਸੁਆਓ, ਜਿਨਾ ਸਤਿਗੁਰ ਭੇਟਿਆ। ਮਹਿਲਾ ਪੰਜਵਾਂ।
ਸਾਮਨੀ ਚਮਤਕਾਰ ਤਿਉ ਵਰਤਾਰਾ ਜਗ ਕੇ ਬਤ ਸੁਹਾਗੀ ਸਾਏ ਨਾਨਕ ਨਾਉ ਜਪੰਦੋ ਤਿਸ ਧਣੀ ਪੌੜੀ ਸਿਮਰਤ ਸ਼ਾਸਤਰ ਸੋਧ ਸਭ ਕਿਨੈ ਕੀਮ ਨ ਜਾਣੀ ਜੋ ਜਨ ਭੇਟੈ ਸਾਧ ਸੰਗ ਸੋ ਹਰ ਰੰਗ ਮਾਣੀ ਸਚ ਨਾਮ ਕਰਤਾ ਪੁਰਖ ਏ ਰਤਨਾ ਖਾਣੀ ਮਸਤਕ ਹੋਵੈ ਲਿਖਿਆ ਹਰ ਸਿਮਰ ਪ੍ਰਾਣੀ ਤੋਸਾ ਦਿਚੈ ਸਚ ਨਾਮ ਨਾਨਕ ਮਹਿਮਾਣੀ ਸ਼ਲੋਕ ਮਹਿਲਾ ਪੰਜਵਾਂ ਅੰਤਰ ਚਿੰਤਾ ਨੈਣੀ ਸੁਖੀ ਮੂਲ ਨ ਉਤਰੈ ਭੁਖ ਨਾਨਕ ਸਚੇ ਨਾਮ ਬਿਨਾ ਕਿਸੈ ਨ ਲਥੋ ਦੁਖ ਮਹਿਲਾ ਪੰਜਵਾਂ ਮੁਠੜੇ ਸੇ ਸਾਧ ਜਿਨੀ ਸਚ ਨ ਲਦਿਆ ਨਾਨਕ ਸੇ ਸ਼ਾਬਾਸ਼ ਜਿਨੀ ਗੁਰ ਮਿਲ ਇਕ ਪਛਾਣਿਆ ਪੌੜੀ ਜਿਥੈ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਹੋਏ ਸੇਵਨ ਸਮਰਥ ਆਪਣਾ ਮਿਕਸੈ ਸਭ ਮੰਦਾ ਪਤਤ ਉਦਾਹਰਨ ਪਾਰ ਬ੍ਰਹਮ ਸੰਤ ਵੇਦ ਕਹੰਦਾ ਭਗਤ ਵਸ਼ਲ ਤੇਰਾ ਬਿਰਦ ਹੈ ਜੁਗ ਜੁਗ ਕਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਾਵੰਦਾ ਸ਼ਲੋਕ ਮਹਿਲਾ ਪੰਜਵਾਂ ਚਿੜੀ ਚੋਕੀ ਬਹੁ ਫੁੱਟੀ ਬਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ ਮਹਿਲਾ ਪੰਜਵਾਂ। ਇਸ ਸ਼ਲੋਕ ਦੇ ਰਾਹੀਂ ਸਤਿਗੁਰੂ ਜੀ ਨੇ ਸਵੇਰ ਦਾ ਪ੍ਰਭਾਤ ਹੋਣ ਦਾ ਸੰਕੇਤ ਦਿੱਤਾ ਹੈ। ਤੁਹਾਡੇ ਚੋਂ ਜਿਹੜੇ ਵੀਰ ਭੈਣਾਂ ਪਿੰਡਾਂ ਨਾਲ ਸੰਬੰਧ ਰੱਖਦੇ ਆ ਜਾਂ ਪਿੰਡਾਂ ਵਿੱਚੋਂ ਉੱਠ ਕੇ ਆਏ ਆ, ਉਹਨਾਂ ਨੂੰ ਪਤਾ ਹੋਏਗਾ, ਪ੍ਰਿੰਸੀਪਲ ਸਾਹਿਬ ਬੈਠੇ ਨੇ, ਇਸ ਗੱਲ ਨੂੰ ਵਧੇਰੇ ਜਾਣਦੇ ਨੇ। ਪਿੰਡਾਂ ਦੇ ਲੋਕ, ਅੱਜ ਕੱਲ੍ਹ ਦਾ ਮਾਹੌਲ ਬਦਲਿਆ। ਥੋੜ੍ਹਾ ਜਿਹਾ ਸਮਾਂ ਪਹਿਲਾਂ, ਇੱਦਾਂ ਕਹਿ ਲਓ ਕਿ 20 ਸਾਲ ਪਹਿਲਾਂ ਦਾ ਮਸਲਾ ਜਿਹੜਾ ਹੈ, ਉਹ ਸਵੇਰੇ ਜਦੋਂ ਪ੍ਰਭਾਤ ਹੋ ਰਹੀ ਹੈ, ਪੰਛੀਆਂ ਦੀ ਆਵਾਜ਼, ਚਿੜੀਆਂ ਦਾ ਬੋਲਣਾ, ਜਾਂ ਉਸ ਤੋਂ ਪਹਿਲਾਂ ਆਕਾਸ਼ ਵਿੱਚ ਚਮਕਦੇ ਤਾਰਿਆਂ ਦੇ ਹਿਸਾਬ ਕਿਤਾਬ ਦੇ ਨਾਲ ਦਿਨ ਚੜ੍ਹਨ ਦਾ ਸਿਲਸਿਲਾ, ਉਹ ਮੰਨਦੇ ਸਨ ਕਿ ਇਹ ਤਾਰਾ ਇੱਥੇ ਕ ਆ ਗਿਆ, ਸਮਝ ਲਓ ਦਿਨ ਚੜ੍ਹ ਗਿਆ। ਹੁਣ ਇਸ ਵੇਲੇ ਇਹ ਚਿੜੀ ਬੋਲੀ ਹੈ, ਇਹਦਾ ਮਤਲਬ ਸਵੇਰੇ ਪ੍ਰਭਾਤ ਹੋ ਚੁੱਕੀ, ਦਿਨ ਚੜ੍ਹ ਚੁੱਕਾ ਹੈ। ਤੋ ਇਹ ਕੁਦਰਤ ਦੇ ਹਿਸਾਬ ਕਿਤਾਬ ਦੇ ਵਿੱਚੋਂ ਲੋਕਾਂ ਦੇ ਆਪਣੇ ਤਜਰਬੇ ਸੀ, ਲੋਕਾਂ ਦੇ ਆਪਣੇ ਕਿਆਫੇ ਸੀ। ਲੋਕ ਉਸ ਤਰੀਕੇ ਨਾਲ ਇਸ ਸਾਰੇ ਸਿਲਸਿਲੇ ਨੂੰ ਰੱਖਦੇ ਸੀ। ਸਤਿਗੁਰੂ ਜੀ ਨੇ ਇੱਥੇ ਹਵਾਲਾ ਦਿੱਤਾ, ਚਿੜੀ ਚੁਹਕੀ ਪੌ ਫੁੱਟੀ। ਜਦੋਂ ਸਵੇਰ ਵੇਲੇ ਚਿੜੀ ਬੋਲਦੀ ਹੈ, ਪੌ ਫੁਟਾਲਾ ਹੁੰਦਾ ਹੈ। ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ। ਜਿਹੜੇ ਰੱਬ ਦੇ ਪਿਆਰੇ ਆ, ਉਹ ਉੱਠ ਕੇ ਨਾਮ ਵਿੱਚ ਲੱਗ ਜਾਂਦੇ ਆ। ਮੈਂ ਕਹਿੰਦਾ ਸੀਨ ਥੋੜਾ ਜਿਹਾ ਹੋਰ ਦੇਖੀਏ। ਰਾਤ ਬੀਤੀ, ਪ੍ਰਭਾਤ ਹੋ ਰਹੀ ਹੈ, ਜਿੱਥੇ ਹਨੇਰਾ ਘਟ ਰਿਹਾ ਤੇ ਚਾਨਣ ਵਧਣਾ ਸ਼ੁਰੂ ਹੋਇਆ, ਪੌ ਫੁਟਾਲਾ। ਉੱਥੇ ਸਾਡੇ ਇਸ ਵਾਤਾਵਰਣ ਦੇ ਅੰਦਰ ਪੰਛੀਆਂ ਦੀ ਆਵਾਜ਼, ਚਿੜੀ ਦਾ ਚੂਕਣਾ ਪ੍ਰਭਾਤ ਮੰਨਿਆ ਗਿਆ। ਪਰ ਜੇ ਥੋੜਾ ਹੋਰ ਅੱਗੇ ਅਸੀਂ ਦੇਖਣ ਦੀ ਕੋਸ਼ਿਸ਼ ਕਰਾਂਗੇ, ਜਦੋਂ ਸਾਡੇ ਜੀਵਨ 'ਚ ਸਤਿਗੁਰੂ ਦੇ ਉਪਦੇਸ਼ ਦਾ ਚਾਨਣ ਥੋੜਾ ਥੋੜਾ ਵਧੇਗਾ ਨਾ, ਸਾਡੀ ਮੱਤ ਰੂਪ ਚਿੜੀ ਵੀ ਬੋਲੇਗੀ। ਇਹ ਪ੍ਰਭਾਤ ਕੱਲੀ ਸਾਡੀ ਇਸ ਧਰਤੀ ਤੇ ਹੀ ਨਹੀਂ ਹੁੰਦੀ, ਸਾਡੇ ਜੀਵਨ 'ਚ ਵੀ ਹੁੰਦੀ ਆ। ਸਾਡੇ ਜੀਵਨ 'ਚ ਰਾਤ ਵੀ ਪੈਂਦੀ ਆ। ਔਰ ਸਤਿਗੁਰੂ ਜੀ ਨੇ ਬੜੀਆਂ ਸਾਰੀਆਂ ਐਸੀਆਂ ਬਾਤਾਂ ਦਿੱਤੀਆਂ। ਮਹਾਰਾਜ ਆਖਣ ਲੱਗੇ, ਕਈਆਂ ਦੀ ਤਾਂ ਵਿਚਾਰਿਆਂ ਦੀ ਰਾਤ ਮੁੱਕਦੀ ਨਹੀਂ, ਲੰਬੀ ਹੋ ਜਾਂਦੀ ਹੈ।
ਔਰ ਕਈ ਐਸੇ ਨੇ ਜਿਹੜੇ ਜਾਗਦੇ ਨੇ, ਅੱਖ ਖੁੱਲਦੀ ਹੈ, ਉਹ ਆਪਣੇ ਜੀਵਨ 'ਚ ਪ੍ਰਭਾਤ ਦਾ ਆਨੰਦ ਲੈ ਲੈਂਦੇ ਆ। ਔਰ ਜਿਨ੍ਹਾਂ ਦੀ ਅੱਖ ਨਹੀਂ ਖੁੱਲਦੀ ਉਹਨਾਂ ਦੀ ਰਾਤ ਤੁਰਦੀ ਰਹਿੰਦੀ ਹੈ ਤੇ ਲੰਬੀ ਹੁੰਦੀ ਰਹਿੰਦੀ ਹੈ। ਸਾਡੀ ਜ਼ਿੰਦਗੀ ਦੇ ਅੰਦਰ ਸਤਿਗੁਰੂ ਦਾ ਉਪਦੇਸ਼ ਵਸੇ ਔਰ ਸਤਿਗੁਰੂ ਦੇ ਉਪਦੇਸ਼ ਦੇ ਚਾਨਣ ਨਾਲ ਸਾਡੀ ਮਤ ਰੂਪ ਚਿੜੀ ਬੋਲੇ, ਸਮਝ ਲੈਣਾ ਸਾਡੇ ਜ਼ਿੰਦਗੀ ਦੀ ਪ੍ਰਭਾਤ ਸ਼ੁਰੂ ਹੋਈ ਆ। ਮਾਝ ਕੀ ਵਾਰ ਦਾ ਸ਼ਲੋਕ ਇੱਕ ਵਾਰੀ ਯਾਦ ਕਰਵਾ ਦੇਣਾ ਤਾਂ ਕਿ ਅਸੀਂ ਸਮਝ ਸਕੀਏ। ਮਾਝ ਕੀ ਵਾਰ 'ਚ ਸਤਿਗੁਰੂ ਨੇ ਇੱਕ ਸ਼ਲੋਕ ਰੱਖਿਆ ਸੀ, ਮਤ ਪੰਖੇਰੂ ਕਿਰਤ ਸਾਥ ਕਬ ਉੱਤਮ ਕਬ ਨੀਚ, ਕਬ ਚੰਦਨ ਕਬ ਅੱਕ ਡਾਲ, ਕਬ ਉੱਚੀ ਪ੍ਰੀਤ। ਮਤ ਪੰਖੇਰੂ, ਇਹ ਮਤ ਦਾ ਪੰਛੀ ਜਿਹੜਾ ਨਾ, ਮਤ ਦਾ ਪੰਛੀ, ਇਹ ਕਦੀ ਉੱਚਾ ਉੱਡਦਾ ਤੇ ਕਦੀ ਨੀਵਾਂ ਉੱਡਦਾ ਹੈ, ਕਦੀ ਅੱਕ ਦੇ ਉੱਤੇ ਬਹਿ ਜਾਂਦਾ ਤੇ ਕਦੀ ਚੰਦਨ ਦੇ ਉੱਤੇ ਬਹਿੰਦਾ। ਇਹ ਥਿਰ ਨਹੀਂ ਹੈ। ਮਤ ਪੰਖੇਰੂ ਸ਼ਬਦ ਸਤਿਗੁਰੂ ਨੇ ਵਰਤਿਆ। ਔਰ ਇੱਥੇ ਵੀ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਸਾਡੇ ਇਸ ਵਾਤਾਵਰਣ ਦੇ ਅੰਦਰ ਰਾਤ ਤੋਂ ਬਾਅਦ ਜਿਵੇਂ ਹੀ ਦਿਨ ਚੜ੍ਹਾਈ ਹੁੰਦੀ ਹੈ, ਦਿਨ ਦਾ ਚੜ੍ਹਾਅ ਹੁੰਦਾ ਹੈ, ਤੇ ਉਸ ਚਾਨਣੇ ਨੂੰ ਮੁੱਖ ਰੱਖਦਿਆਂ ਚਿੜੀ ਬੋਲਦੀ ਹੈ ਤੇ ਲੋਕ ਇਹ ਮੰਨਦੇ ਨੇ ਕਿ ਪ੍ਰਭਾਤ ਹੋਣੀ ਸ਼ੁਰੂ ਹੋ ਗਈ। ਸਤਿਗੁਰੂ ਦਾ ਉਪਦੇਸ਼ ਸਾਡੇ ਜੀਵਨ 'ਚ ਵਸ ਜਾਏ, ਸਾਡੀ ਮਤ ਰੂਪ ਚਿੜੀ ਬੋਲਣੀ ਸ਼ੁਰੂ ਹੋਵੇ, ਇਹ ਵੀ ਚੂਕਣੀ ਸ਼ੁਰੂ ਹੋਵੇ, ਸਮਝ ਲੈਣਾ ਸਾਡੀ ਜ਼ਿੰਦਗੀ ਦੀ ਪ੍ਰਭਾਤ ਵੀ ਆਰੰਭ ਹੋ ਚੁੱਕੀ ਹੈ। ਜ਼ਿੰਦਗੀ 'ਚੋਂ ਰਾਤ ਹਨੇਰਾ ਮੁੱਕਣਾ ਸ਼ੁਰੂ ਹੋ ਚੁੱਕਾ ਹੈ। ਤਾਂ ਧਿਆਨ ਰੱਖਣਾ ਜੀ, ਕੱਲਾ ਸਵੇਰ ਵੇਲੇ ਚਿੜੀ ਬੋਲੇ ਇਹਦੇ ਨਾਲ ਹੀ ਨਹੀਂ ਸਰਦਾ, ਸਾਡੀ ਮਤ ਰੂਪ ਚਿੜੀ ਵੀ ਸਾਡੀ ਜ਼ਿੰਦਗੀ ਅੰਦਰ ਵੀ ਪ੍ਰਭਾਤ ਹੋਵੇ, ਸਾਨੂੰ ਇਹਦੇ ਨਾਲ ਹੀ ਭਲਾ ਹੋਏਗਾ, ਸਤਿਗੁਰੂ ਨਾਲ ਸਾਂਝ ਬਣੀ ਰਹੇਗੀ ਜੀ। ਮਹਿਲਾ ਪੰਜਵਾਂ ਘਰ ਅੰਦਰ ਖੁਸ਼ੀਆਂ ਤਹੀ, ਜੈ ਤੂੰ ਆਵੇਂ ਚਿਤ ਦੁਨੀਆ ਦੀਆਂ ਵਡਿਆਈਆਂ, ਨਾਨਕ ਸਭ ਕੁਮਿਤ ਪੌੜੀ। ਹਰ ਧਨ ਸੱਚੀ ਰਾਸ ਹੈ, ਕਿਨੇ ਬਿਰਲੇ ਜਾਤਾ, ਤਿਸੈ ਪ੍ਰਾਪਤ ਪਾਏ ਰਹੋ, ਜਿਸ ਦੇ ਵਿਧਾਤਾ। ਮਨ ਤਨ ਭੀਤਰ ਮੌਲਿਆ, ਹਰ ਰੰਗ ਜਨ ਰਾਤਾ, ਸਾਧ ਸੰਗ ਗੁਣ ਗਾਇਆ, ਸਭ ਦੁਖੈ ਖਾਤਾ। ਨਾਨਕ ਸੋਈ ਜੀਵਿਆ, ਜਿਨ ਇੱਕ ਪਛਾਤਾ, ਸ਼ਲੋਕ ਮਹਿਲਾ ਪੰਜਵਾਂ। ਖਖੜੀਆਂ ਸੁਹਾਵੀਆਂ, ਲਗੜੀਆਂ ਅਗ ਕੰਠ, ਬਿਰਹਿ ਵਿਛੋੜਾ ਧਨੀ ਸਿਉ, ਨਾਨਕ ਸੰਸੈ ਗੰਠ। ਮਹਿਲਾ ਪੰਜਵਾਂ। ਥੋੜਾ ਤੁਸੀਂ ਸਿਹਾਰੀ ਵੱਲ ਜਾ ਰਹੇ ਆ, ਬਿਰੇ ਨਹੀਂ ਆ। ਬਿਰਹਿ ਵਿਛੋੜਾ ਧਨੀ ਸਿਉ, ਨਾਨਕ ਸੰਸੈ ਗੰਠ। ਮਹਿਲਾ ਪੰਜਵਾਂ। ਇੱਥੇ ਵੀ ਸਤਿਗੁਰੂ ਜੀ ਨੇ ਅੱਕ ਦੀ ਉਦਾਹਰਣ ਦਿੱਤੀ ਹੈ ਤੇ ਤੁਹਾਨੂੰ ਵੀ ਬੇਨਤੀ ਹੈ ਸਾਰਿਆਂ ਨੂੰ ਕਿ ਕਿਉਂਕਿ ਮੈਂ ਦੇਖਦਾ ਹਾਂ ਕਿ ਇਹ ਵਿਦਿਆਰਥੀ ਵੀਰ ਵੀ ਬੈਠੇ ਨੇ, ਹਾਲਾਂਕਿ ਇਹਨਾਂ ਚੋਂ ਥੋੜਿਆਂ ਨੂੰ ਛੱਡ ਕੇ ਬਹੁਤੇ ਪਿੰਡਾਂ ਨਾਲ ਸੰਬੰਧਿਤ ਨੇ। ਜਿਵੇਂ ਮੈਂ ਪਿਛਲੇ ਸ਼ਲੋਕ ਦੀ ਵਿਚਾਰ ਵੇਲੇ ਵੀ ਕਿਹਾ ਕਿ ਪਿੰਡਾਂ ਦੇ ਵਿੱਚ ਵੀ ਸਿਲਸਿਲਾ ਵੇਖਾ ਵੇਖੀ ਬਦਲ ਗਿਆ। ਇਹਨਾਂ ਚੋਂ ਕਈ ਵੀਰ ਐਸੇ ਨੇ ਪਿੰਡਾਂ ਚੋਂ ਰਹਿਣ ਦੇ ਬਾਵਜੂਦ ਵੀ ਅੱਕ ਬਾਰੇ ਭੁਲੇਖਾ ਰੱਖਦੇ ਆ। ਅੱਕ ਕੀ ਹੈ? ਮਾਝ ਕੀ ਵਾਰ 'ਚ ਆਪਾਂ ਸ਼ਲੋਕ ਪੜ੍ਹਿਆ ਸੀ, ਤੁੰਮੀ ਤੁੰਮਾ ਵਿਸ ਅੱਕ ਧਤੂਰਾ ਨਿੰਮ ਫਲ। ਔਰ ਤੁਹਾਨੂੰ ਮੈਂ ਬੇਨਤੀ ਕਰਨ ਲੱਗਾ ਕਿ ਤੁਸੀਂ ਤੁਰਦਿਆਂ ਫਿਰਦਿਆਂ ਸੈਰ ਵੀ ਕਰਨ ਜਾਂਦੇ ਹੋ, ਸਵੇਰੇ ਜਾਂਦੇ ਹੋ, ਸ਼ਾਮੀ ਜਾਂਦੇ ਹੋ, ਤੇ ਸਾਡਾ ਸੈਰ ਕਰਨ ਦਾ ਰੁਝਾਨ ਹੁੰਦਾ ਹੈ ਵੀ ਜਿਹੜੇ ਪਾਸੇ ਖਾਲੀ ਆ, ਟ੍ਰੈਫਿਕ ਘੱਟ ਆ, ਭੀੜ ਭੜੱਕਾ ਘੱਟ ਆ, ਉਧਰ ਨੂੰ ਜਾਈਏ। ਤੇ ਜਿਵੇਂ ਆਪਾਂ ਇਹਨਾਂ ਐਸੇ ਇਲਾਕਿਆਂ ਵਾਲਿਆਂ ਆਪਾਂ ਆਹ ਏਰੀਆ ਜਿਹੜਾ ਬਹੁਤਾ ਇੱਧਰ ਆਪਾਂ ਘੁੰਮਦੇ ਆਂ ਵੀ ਇੱਧਰ ਨੂੰ ਜਾਈਏ, ਆਹ ਦੁਗਰੀ ਵਾਲਾ ਏਰੀਆ ਆਲਾ ਦੁਆਲਾ ਸਾਡਾ। ਔਰ ਤੁਸੀਂ ਦੇਖੋਗੇ ਕਿ ਇੱਥੇ ਸੜਕਾਂ ਦੇ ਕਿਨਾਰੇ ਤੇ ਕੁਝ ਪਲਾਟ ਖਾਲੀ ਨੇ, ਸੜਕਾਂ ਦੇ ਕਿਨਾਰੇ ਖਾਲੀ ਨੇ,
ਉੱਥੇ ਬਹੁਤ ਸਾਰੇ ਬੂਟੇ ਉੱਗੇ ਹੋਏ ਨੇ। ਕਮ ਸੋ ਕਮ ਸਾਡਾ ਭਾਵੇਂ ਉਹਨਾਂ ਨਾਲ ਕੋਈ ਬਹੁਤਾ ਵਾਹ ਵਾਸਤਾ, ਸਾਨੂੰ ਉਹਨਾਂ ਦੀ ਇਦਾਂ ਦੀ ਲੋੜ ਵੀ ਨਹੀਂ ਕਿ ਅਸੀਂ ਉਹਨਾਂ ਨੂੰ ਘਰ ਨੂੰ ਲਿਆਉਣਾ, ਤੋੜ ਕੇ ਲਿਆਉਣਾ, ਜਾਂ ਉਹਨਾਂ ਦਾ ਕੁਝ ਬਣਦਾ ਹੈ, ਜਾਂ ਅਸੀਂ ਕੋਈ ਦਵਾਈ ਬਣਾਉਣੀ, ਨਹੀਂ। ਪਰ ਬੂਟਿਆਂ ਦੀ ਪਛਾਣ ਤਾਂ ਇੰਨੀ ਕੁ ਤਾਂ ਰੱਖ ਲਈਏ, ਜਿੰਨੇ ਕੁ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਤੇ ਉਹਨਾਂ ਦੀ ਪਛਾਣ ਤਾਂ ਸਾਨੂੰ ਹੋਵੇ ਨਾ। ਹੁਣ ਜੇ ਅੱਕ ਦਾ ਨਾ ਪਤਾ ਹੋਏਗਾ ਤੇ ਅੱਕ ਦੀਆਂ ਖੱਖੜੀਆਂ ਵੀ ਨਹੀਂ ਪਤਾ ਹੋਏਗਾ ਤੇ ਜੇ ਅੱਕ ਦਾ ਨਹੀਂ ਪਤਾ, ਅੱਕ ਦੀਆਂ ਖੱਖੜੀਆਂ ਦਾ ਨਹੀਂ ਪਤਾ, ਤੇ ਇਸ ਸ਼ਲੋਕ ਦੀ ਸਮਝ ਜਿਹੜੀ ਉਦਾਹਰਣ ਹੈ ਸਾਡੇ ਸਾਹਮਣੇ, ਉਹ ਆਈ ਗਈ ਹੋ ਜਾਏਗੀ। ਤੋ ਤੁਰਦਿਆਂ ਫਿਰਦਿਆਂ, ਇਹ ਛੋਟਾ ਜਿਹਾ ਕੰਮ ਹੈ, ਬਹੁਤਾ ਵੱਡਾ ਨਹੀਂ, ਤੁਰਦਿਆਂ ਫਿਰਦਿਆਂ ਉਹਨਾਂ ਬੂਟਿਆਂ ਨੂੰ ਵੇਖਿਆ ਕਰੀਏ, ਕਿਸੇ ਨੂੰ ਪੁੱਛ ਲਈਏ ਵੀ ਇਹ ਬੂਟਾ ਕਿਹੜਾ ਹੈ, ਇਹ ਬੂਟਾ ਕਿਹੜਾ ਹੈ, ਤਾਂ ਉਹਦੀ ਪਛਾਣ ਸਾਨੂੰ ਬਣੀ ਰਹੇਗੀ। ਗਾਂ ਅੱਗੇ ਬੱਚੇ ਨਾਲ ਸਾਡੇ ਤੁਰਦੇ ਆ, ਉਹਨਾਂ ਬੱਚਿਆਂ ਨੂੰ ਵੀ ਦਿਖਾਇਆ ਜਾ ਸਕਦਾ ਇਹ ਅੱਕ ਹੈ। ਤਾਂ ਕਿਉਂਕਿ ਵਾਹ ਵਾਸਤਾ ਇਸ ਤਰ੍ਹਾਂ ਦਾ ਹੋਣ ਕਰਕੇ ਕਈ ਲੋਕ ਪੁੱਛਦੇ, ਮੈਂ ਇੱਕ ਦਿਨ ਫੇਸਬੁੱਕ ਦੇ ਉੱਤੇ ਪਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਕੁਝ ਬੂਟਿਆਂ ਦੀ, ਕਿ ਆਹ ਬੂਟੇ ਆ, ਇਹਨਾਂ ਬੂਟਿਆਂ ਦੀ ਆਹ ਪਛਾਣ ਹੈ। ਤਾਂ ਸਾਨੂੰ ਤੁਰਦਿਆਂ ਫਿਰਦਿਆਂ ਇਹਨਾਂ ਬੂਟਿਆਂ ਵੱਲ ਇੱਕ ਵਾਰੀ ਧਿਆਨ ਦੇ ਲੈਣਾ ਚਾਹੀਦਾ। ਤੋ ਅੱਕ ਨੂੰ ਲੱਗੀਆਂ ਹੋਈਆਂ ਖੱਖੜੀਆਂ ਜਿਹੜੀਆਂ ਅੰਬ ਵਰਗੀਆਂ ਲੱਗਦੀਆਂ, ਹਰੇ ਰੰਗ ਦੀਆਂ, ਉਹ ਅੱਕ ਨਾਲ ਲੱਗੀਆਂ ਬੜੀ ਸ਼ੋਭਾ ਪਾਉਂਦੀਆਂ, ਚੰਗੀਆਂ ਲੱਗਦੀਆਂ। ਜਿਵੇਂ ਹੀ ਉਹ ਅੱਕ ਨਾਲੋਂ ਟੁੱਟ ਜਾਂਦੀਆਂ ਨਾ, ਸੁੱਕ ਜਾਂਦੀਆਂ, ਟੁੱਟਦੀਆਂ, ਉਹ ਖੱਖੜੀਆਂ ਇਦਾਂ ਦੋ ਫਾੜ ਹੁੰਦੀਆਂ, ਉਹਨਾਂ ਦੇ ਵਿੱਚੋਂ ਚਿੱਟਾ ਚਿੱਟਾ ਰੂੰ ਜਿਹੜਾ ਹੈ ਉਹ ਹਵਾ ਦੇ ਰਾਹੀਂ ਉੱਡਦਾ ਹੋਇਆ ਤੁਹਾਨੂੰ ਦਿਖਾਈ ਦੇਗਾ। ਸਤਿਗੁਰੂ ਨੇ ਕਮਾਲ ਦੀ ਉਦਾਹਰਣ ਲਿਆਂਦੀ, ਆਖਣ ਲੱਗੇ ਅੱਕ ਨਾਲ ਲੱਗੀਆਂ ਖੱਖੜੀਆਂ ਬੜੀਆਂ ਸੋਹਣੀਆਂ ਲੱਗਦੀਆਂ, ਪਰ ਜਿਵੇਂ ਹੀ ਉਹਨਾਂ ਖੱਖੜੀਆਂ ਦਾ ਅੱਕ ਨਾਲੋਂ, ਆਪਣੇ ਮਾਲਕ ਨਾਲੋਂ ਵਿਛੋੜਾ ਪਿਆ, ਉਹ ਤੂੰਬਾ ਤੂੰਬਾ ਹੋ ਕੇ ਉੱਡ ਗਈਆਂ। ਬੰਦਿਓ, ਆਪਣੇ ਮਾਲਕ ਨਾਲ, ਆਪਣੇ ਧੁਰੇ ਨਾਲ, ਆਪਣੀ ਜੜ ਨਾਲ ਜੁੜੇ ਰਹੋ। ਜਿਵੇਂ ਹੀ ਤੁਸੀਂ ਖੱਖੜੀਆਂ ਦੀ ਤਰ੍ਹਾਂ ਆਪਣੇ ਮੂਲ ਨਾਲੋਂ ਟੁੱਟੋਗੇ, ਇਦਾਂ ਹੀ ਤੂੰਬਾ ਤੂੰਬਾ ਹੋ ਜਾਓਗੇ। ਔਰ ਬਸ ਇੰਨਾ ਕੀ ਕਹਿਣਾ, ਜਿਹੜੀ ਹਾਲਤ ਨੂੰ ਲੈ ਕੇ, ਅੱਜ ਕੌਮੀ ਹਾਲਾਤਾਂ ਨੂੰ ਲੈ ਕੇ ਅਸੀਂ ਕਈ ਵਾਰੀ ਚਿੰਤਾ ਕਰਦੇ ਹਾਂ ਵੀ ਸਾਡੀ ਕੌਮ ਕੀ ਕਰ ਰਹੀ ਹੈ, ਲੜ ਕਿਉਂ ਰਹੀ ਹੈ, ਇੰਨੇ ਟੋਟੇ ਕਿਉਂ ਹੋਏ ਪਏ, ਇੰਨੇ ਵਖਰੇਵੇਂ ਕਿਉਂ ਹੈ। ਇਸ ਸ਼ਲੋਕ ਚੋਂ ਵੇਖਿਆ ਜਾ ਸਕਦਾ ਹੈ ਕਿ ਸਹਿਜੇ ਹੀ ਪਤਾ ਲੱਗ ਰਿਹਾ ਹੈ, ਇਹ ਟੋਟੇ, ਇਹ ਵਖਰੇਵੇਂ, ਇੰਨੀ ਦੁਬਦਾ, ਇੰਨੀ ਇਹ ਤੋੜ ਫੋੜ, ਸ਼ਾਇਦ ਅਸੀਂ ਆਪਣੇ ਮੂਲ ਨਾਲੋਂ ਟੁੱਟੇ ਹਾਂ। ਸਿੱਧਾ ਕਹਿ ਦਿੰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਨਾਲੋਂ ਅਸੀਂ ਬਾਕੀ ਹੋਰ ਗੱਲਾਂ ਨੂੰ ਜ਼ਿਆਦਾ ਮਹੱਤਵ ਦੇ ਰਹੇ ਹਾਂ। ਕੋਈ ਕਿਸੇ ਗ੍ਰੰਥ ਦੀ ਗੱਲ ਕਰਦਾ ਹੈ, ਕੋਈ ਕਿਸੇ ਗ੍ਰੰਥ ਦੀ ਗੱਲ ਕਰਦਾ ਹੈ, ਕੋਈ ਕਿਸੇ ਪਾਸੇ ਭੱਜਦਾ ਹੈ, ਕੋਈ ਕਿਸੇ ਪਾਸੇ ਭੱਜਦਾ ਹੈ। ਸਿਰਫ ਤੇ ਸਿਰਫ ਸਾਡਾ ਮੂਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਛੱਡ ਕੇ ਇੱਧਰ ਉੱਧਰ ਹੋਰਨਾਂ ਗੱਲਾਂ ਵਿੱਚ ਉਲਝਣਾ ਤੇ ਮਹੱਤਵ ਦੇਣਾ, ਸਮਝ ਲਓ ਸਾਡੇ ਇਹ ਟੁੱਟਣ ਦਾ, ਬਿਖਰਨ ਦਾ ਤੇ ਤੂੰਬੇ ਤੂੰਬੇ ਹੋ ਕੇ ਉੱਡਣ ਦਾ ਹੀ ਇੱਕ ਕਾਰਨ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾ ਛੱਡੀਏ, ਨਾ ਭੁੱਲੀਏ। ਗੁਰੂ ਗ੍ਰੰਥ ਸਾਹਿਬ ਜੀ ਦੀ ਹਰ ਗੱਲ ਸਿਰ ਮੱਥੇ ਪ੍ਰਵਾਨ ਕਰੀਏ। ਔਰ ਜਿਹੜੇ ਸਾਨੂੰ ਵਖਰੇਵੇਂ ਦਿਖਾਈ ਦੇ ਰਹੇ ਆ, ਜਿਹੜੇ ਸਾਨੂੰ ਇਹ ਪਾਟਕ ਦਿਖਾਈ ਦੇ ਰਹੇ ਆ, ਇਸ ਸ਼ਲੋਕ ਨੂੰ ਦੁਬਾਰਾ ਧਿਆਨ ਨਾਲ ਦੇਖ ਲੈਣਾ, ਸਮਝ ਲੈਣਾ। ਜੇ ਆਹ ਸ਼ਲੋਕ ਸਾਨੂੰ ਇਹ ਕਹਿ ਰਿਹਾ ਕਿ ਮੂਲ ਤੋਂ ਟੁੱਟਣ ਤੋਂ ਬਾਅਦ, ਅੱਕ ਨਾਲੋਂ ਟੁੱਟਣ ਤੋਂ ਬਾਅਦ ਖੱਖੜੀਆਂ ਤੂੰਬਾ ਤੂੰਬਾ ਹੋ ਕੇ ਉੱਡ ਗਈਆਂ, ਤਾਂ ਮੂਲ ਨਾਲੋਂ ਟੁੱਟਣ ਕਰਕੇ ਹਾਲ ਇਹ ਹੁੰਦਾ ਹੀ ਹੈ ਜੀ। ਮਹਿਲਾ ਪੰਜਵਾਂ, ਬੇਸਾਰੇ ਤੇ ਮਰ ਗਏ, ਮਰ ਪੇ ਨਾ ਸਕੈ ਮੂਲ, ਬੇਮੁਖ ਹੋਏ RAM ਤੇ, ਜਿਉ ਤਸਕਰ ਉੱਪਰ ਸੂਲ। ਪੌੜੀ। ਵਿਸਾਰੇਂਦੇ ਮਰ ਗਏ, ਜਿਨ੍ਹਾਂ ਨੇ ਰੱਬ ਨੂੰ ਵਿਸਾਰਿਆ ਉਹ ਮਰ ਗਏ। ਨਾਲ ਮਹਾਰਾਜ ਕਹਿੰਦੇ ਮਰ ਪੇ ਨਾ ਸਕੈ ਮੂਲ, ਇਹ ਵਿਚਾਰੇ ਚੱਜ ਨਾਲ ਮਰ ਵੀ ਨਹੀਂ ਸਕਦੇ। ਪਹਿਲਾਂ ਕਹਿੰਦੇ ਮਰ ਗਏ, ਫਿਰ ਕਹਿੰਦੇ ਵਿਚਾਰੇ ਮਰ ਵੀ ਨਹੀਂ ਚੱਜ ਨਾ ਸਕਦੇ। ਵੇਮੁਖ ਹੋਏ RAM ਤੇ, ਜਿਉ ਤਸਕਰ ਉੱਪਰ ਸੂਲ। ਜਿਵੇਂ ਚੋਰ ਸੂਲੀ ਤੇ ਟੰਗਿਆ ਹੈ ਨਾ, ਜਿਹੜੇ ਰੱਬ ਤੋਂ, ਗੁਰੂ ਤੋਂ ਬੇਮੁਖ ਨੇ, ਉਹੀ ਹਾਲ ਚੋਰ ਵਾਲਾ ਇਹਨਾਂ ਦਾ ਵੀ ਹੈ। ਇਹ ਵੀ ਸੂਲੀ ਤੇ ਟੰਗੇ ਹੋਏ ਨੇ, ਨਾ ਇਹ ਮਰਦਿਆਂ 'ਚ
ਨਾ ਇਹ ਜਿਉਂਦਿਆਂ 'ਚ। ਇਹ ਉਹ ਨੇ ਜਿਹੜੇ ਸਹਿਕਦੇ ਨੇ ਤੇ ਤੜਫਦੇ ਨੇ, ਜਿਹੜੇ ਚੀਕਦੇ ਨੇ। ਹਾਂਜੀ। ਪੌੜੀ ਸੁਖ ਨਿਧਾਨ ਪ੍ਰਭ ਏਕ ਹੈ, ਅਬਿਨਾਸ਼ੀ ਸੁਣਿਆ ਜਲ ਤਲ ਮਹੀਲ ਪੂਰਿਆ, ਘਟ ਘਟ ਹਰ ਭਣਿਆ ਪੂਜ ਨੀਚ ਸਭ ਏਕ ਸਮਾਨ, ਕੀਟ ਹਸਤੀ ਬਣਿਆ ਮੀਤ ਸਖਾ ਸੁਖ ਬੰਦ ਕੋ ਸਭ ਜਿਸ ਦੇ ਜਣਿਆ। ਉਸ ਨਾਨਕ ਦੇਵੈ ਜਿਸ ਨਾਮ ਤਿਨ ਹਰ ਰੰਗ ਮਣਿਆ। ਸਰੂਪ ਮਹਿਲਾ ਪੰਜਵਾਂ। ਜਿਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧੰਨ ਸਿਸੇ ਨਾਨਕਾ ਪੂਰਨ ਸੁਖੀ ਸੰਤ। ਮਹਿਲਾ ਪੰਜਵਾਂ। ਅਠੇ ਪਹਰ ਪਾਉਂਦਾ ਫਿਰੈ, ਖਾਵਣ ਸਮਰੈ ਸੂਦ। ਸੂਜ਼ਤ ਪਾਉਂਦਾ ਕਿਉ ਰਹੈ, ਜਾਂ ਚਿਤ ਨਾ ਹੋਏ ਰਸੂਲ। ਪੌੜੀ ਤਿਸੈ ਸਰੇ ਉਹ ਪ੍ਰਾਣੀ ਹੋ, ਜਿਸ ਦਾ ਨਾਮ ਪੱਲੈ ਐਥੈ ਰਹੋ ਸਹੇਲੀ। ਸਹੇਲੀਆਂ ਸੁਹੇਲਿਆ 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 ਅੱਗੇ ਨਾਲ ਚੱਲੈ। ਘਰ ਬੰਦੋ ਸਚ ਧਰਮ ਕਾ, ਬੜ ਥਮ ਅਹਰੈ। ਓਟ ਲਹੋ ਨਾਰਾਇਣ, ਦੀਨ ਦੁਨੀਆ ਚੱਲੈ। ਨਾਨਕ ਪਕੜੇ ਚਰਨ ਹਰ, ਤਿਸ ਦਰਗਾਹ ਮੱਲੈ। ਸ਼ਲੋਕ ਮਹਿਲਾ ਪੰਜਵਾਂ। ਜਾਚਕ ਮੰਗੈ ਦਾਨ, ਦੇ ਪਿਆਰਿਆ ਦੇਵਨ ਹਾਰ ਦਾਤਾਰ। ਮੈਂ ਨਿਤ ਚਿਤਾਰਿਆ, ਨਿਘੁੱਟ ਨਾ ਜਾਈ ਮੂਲ, ਅਤੁਲ ਭੰਡਾਰਿਆ। ਨਾਨਕ ਸ਼ਬਦ ਆਕਾਰ, ਤਿਨ ਸਭ ਕਿਛ ਸਾਰਿਆ। ਮਹਿਲਾ ਪੰਜਵਾਂ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਪੌੜੀ ਓਥੈ ਅੰਮ੍ਰਿਤ ਵੰਡੀਐ, ਸੁਖੀਆਂ ਹਰਿ ਕੈ ਸੁਖੀਆਂ ਹਰਿ ਕੈ। ਜਮ ਕੈ ਪੰਥ ਨਾ ਪਾਈਐ, ਫਿਰ ਨਾਹੀ ਮਰਣੇ। ਜਿਸ ਨੂੰ ਆਇਆ ਪ੍ਰੇਮ ਰਸ, ਤਿਸੈ ਹੀ ਚਰਣੇ। ਬਾਣੀ ਉਚਰੈ ਸਾਧ ਜਨ, ਅਮਿਉ ਚੱਲੈ ਚਰਣੇ। ਪੇਖ ਦਰਸ਼ਨ ਨਾਨਕ ਜੀਵਿਆ, ਮਨ ਅੰਦਰ ਕਰਣੇ। ਸ਼ਲੋਕ ਮਹਿਲਾ ਪੰਜਵਾਂ। ਸਤਿਗੁਰ ਪੂਰੇ ਸੇਵਿਐ, ਦੁੱਖਾਂ ਕਾ ਹੋਏ ਨਾਸ। ਦੁੱਖਾਂ ਕਾ ਹੋਏ ਨਾਸ। ਨਾਨਕ ਨਾਮ ਆਰਾਧਿਐ, ਆਰਾਧਿਆ ਨਾਨਕ ਨਾਮ ਆਰਾਧਿਐ, ਕਾਰਜ ਆਵੈ ਰਾਸ। ਮਹਿਲਾ ਪੰਜਵਾਂ। ਜਿਸ ਸਿਮਰਤ ਸੰਕਟ ਛੁਟੈ, ਆਨੰਦ ਮੰਗਲ ਵਿਸ਼ਰਾਮ। ਨਾਨਕ ਜਪੀਐ ਸਦਾ ਹਰ, ਨਿਮਖ ਨਾ ਬਿਸਰੋ ਨਾਮ। ਪੌੜੀ ਤਿਨ ਕੀ ਸ਼ੋਭਾ ਕਿਆ ਗਣੀ, ਜਿਨੀ ਹਰ ਹਰ ਲੱਗਾ। ਸਾਧਾ ਸ਼ਰਣੀ ਜੋ ਪਵੈ, ਸੋ ਛੁਟੈ ਵਰਗਾ। ਗੁਣ ਗਾਵੇ ਅਬਿਨਾਸ਼ੀਐ, ਜੋਨ ਗਰਭ ਨਾ ਗੱਦਾ। ਗੁਰ ਭੇਟਿਆ ਪਾਰ ਬ੍ਰਹਮ, ਹਰ ਪੜ ਕੁਝ ਸਮਝਦਾ। ਗੁਰ ਭੇਟਿਆ ਪਾਰ ਬ੍ਰਹਮ ਹਰ। ਗੁਰ ਭੇਟਿਆ ਪਾਰ ਬ੍ਰਹਮ ਹਰ, ਪੜ ਕੁਝ ਸਮਝਦਾ। ਨਾਨਕ ਪਾਇਆ ਸੋ ਧਣੀ, ਹਰ ਅਗੰਮ ਅਗਦਾ। ਸ਼ਲੋਕ ਮਹਿਲਾ ਪੰਜਵਾਂ। ਕਾਮ ਨ ਕਰੀ ਆਪਣਾ, ਫਿਰੈ ਅਵਤਾਰ ਲੋਏ। ਨਾਨਕ ਨਾਏ ਵਿਸਾਰਿਐ,
सुख कनेहा होए मैला पंजवा बिखे पौड़तन कौड़तन बिखे पौड़तन सगर माए जगत रही लपटाए। ਹਾਂਜੀ ਦਾ ਉਚਾਰਨ ਕੌੜਤਣ ਨਹੀਂ ਆ, ਕੌੜਤਣ ਕੌੜਤਣ। ਹਾਂਜੀ जगत रही लपटाए नानक जिन विचारिया मीठा हर का नाम। पौड़ी ए निशानी साधकी निशानी ए निशानी साधकी जिस पेटक करिए जम कंकर नेड़ ना आवई फिर पहुड़ न मरिए। भव सागर संसार विक सो पार उतरिए हर गुण गुम को मन मार हर सब मन पर हरिए। नानक प्रीतम मिल रहे पार ब्रह्म नर हरिए। श्लोक मैला पंजवा नानक आए से परवान है जिन हर उठा चित गाली अल पलालियां। गाली अल पलालियां गाली अल पलालियां कम न आवे मित मैला पंजवा। अल पलालियां गल्लां ਜਿਹਨੂੰ ਅੱਜ ਕੱਲ੍ਹ ਅਸੀਂ ਆਮ ਬੋਲੀ ਵਿੱਚ ਕਹਿ ਲੈਂਦੇ ਜੱਬਲੀਆਂ, ਜਾਂ ਇੱਕ ਹੋਰ ਸ਼ਬਦ ਵਰਤਿਆ ਜਾਂਦਾ ਊਟ ਪਟਾਂਗ। ਇੱਕ ਹੋਰ ਅਸੀਂ ਵਰਤਦੇ ਹਾਂ ਪੁੱਠੀਆਂ ਸਿੱਧੀਆਂ। ਇੱਥੇ ਸ਼ਬਦ ਸਤਿਗੁਰੂ ਨੇ ਵਰਤਿਆ ਗਾਲੀ ਅਲ ਪਲਾਲੀਆਂ। ਅਲ ਪਲਾਲੀਆਂ ਫੋਕੀਆਂ ਗੱਲਾਂ, ਵਾਧੂ ਘਾਟੂ ਗੱਲਾਂ, ਐਵੇਂ ਦੀਆਂ ਹੀ ਗੱਲਾਂ। ਹਾਂਜੀ मैला पंजवा पार ब्रह्म प्रभ दृष्टि आया पूरन पूरन अगम विस्माद। नानक राम नाम तन कीता पूरे गुर प्रसाद। थोड़ी तो न चली खसम नाल लब मोह विदुते करतब करण पलेरिया मद माया सुके। फिर जोन पवायन फिर जून पवायन जम मार्ग मुक्ते। कीता पायन अपना दुख से पी जुते। नानक नाए विसारे सब मंदी दुखे। श्लोक मैला पंजवा उठंदिया बहंदिया सवंदिया सुख सोए। नानक नाम सलाहिया मन तन शीतल होए। मैला पंजवा लालच अटिया नित फिरै स्वार्थ करे ना कोए। जिस गुर भेटै नानका तिस मन वसया सोए। पौड़ी सब वस्तु पौड़ियां सच्चा नाम मिठा। साध आया तिन हर जना चख साधी डिठा। पार ब्रह्म जिस लिखिया मन तिसै उठा। एक निरंजन रव रहा पाओ जुआ पुठा। हर नानक मंगल जोड़ कर रब देव पुठा। श्लोक मैला पंजवा जाचरी सासार जो जाचंदी के करो। गाड़ी व्याध्या विकार नानक तनी विभूनिया। मैला पंजवा नीच विद्या मन पछाणो पछाणो विरलो थियो। जोड़न हारा संत नानक पादर पदरो। पौड़ी सोए
सोई सेवियो जीअड़े दाता बख्शंद किल विग सब विनाश होन सिमरत गोविंद हर मार्ग साधु दसिया जपिया गुरमंत माया स्वाद सब फिक्या हर मन पावंद प्याए नानक परमेश्वर जिन दित्ती जिंद श्लोक मैला पंजवा वक्त लगी सच्चे नाम की जो बीजे सो खाए तिसै प्राप्त नानका जिसनू लिखिया आए मैला पंजवा मंगना ता सच एक जिस तुस देवै आप जित खादै मन तृप्तिया नानक साहिब गात पौड़ी लाहा जग में से खटै जिन हर तन रास दुटिया पाओ न जानी सच्चे दियास निश्चल एक सरेरिया होर सब विनाश पार ब्रह्म जिस विसरै तिस व्यथा सास कंठ लाए जन रखिया नानक बल जास श्लोक मैला पंजवा पार ब्रह्म फुरमाया नींव उठा सहज सुपाए अन्न तन बहुत उपजया पृथ्वी रची तपत अघाए सदा सदा गुण उच्चरै दुख दालक गया बलाए पूरब लिखिया पाया मिलया तिसै रजाए परमेश्वर जीवालया नानक तिसै ध्याए मैला पंजवा जीवन पद निर्वाण इको सिमरिय झूठी नाही जाए किल बिद पीरिय डिठा सब संसार सुख नाम नाम बिन तन तन होसी छार जाने कोए जन रंग रूप रस बाग के करें प्राणिया जिस बुलाए आप तिस कल नहीं जानिया रंग रते निर्वाण सच्चा गावई रंग रत्ते ते रुक जाइए रंग रते निर्वाण सच्चा गावई नानक शरण द्वार जे तुद पावनी पौड़ी जमन मरण न तिन को जो हर लड़ लागे जीवत से परवान हो हर कीर्तन जागे साध संग जिन पाया से ही बड़ भागे नाए बिसरै त्रिग जीवना टूटे कच तागे नानक तूड़ पुनीत साध लख कोट परागे श्लोक मैला पंजवा तरण सुवन्नी खड़ रत्न जड़ावी हर प्रेम पुरख मन उठा सबे काज सुबेलड़े थिए गुर नानक सतगुर पुरखा मैला पंजवा फिरती दादशा जल पर्वत बन राए जिथे डिठा मृत को इल बहठी आए पौड़ी जिस सर्व सुखा फल लोड़िए सो सच कमाओ नेड़े देखो पार ब्रह्म एक नाम ते आओ ठीक है जिस सर्व सुखा फल लोड़िए सो सच कमाओ नेड़े देखो पार ब्रह्म
गगल की रेणुका हर संग समाओ। धूप न दे किसा जी पत स्यों कर जाओ। पतित पुनीत करता पुरख नानक सुनाओ। श्लोक दोहा महला पंचमा। एक जैसा जन्म है किया सर्व कला समरथ। ਅਸੀਂ ਸਾਰੀ ਵਾਰ ਵਿੱਚ ਪੜ੍ਹਦੇ ਆ ਰਹੇ ਹਾਂ ਸ਼ਲੋਕ ਮਹਿਲਾ ਪੰਜਵਾਂ। ਇੱਥੇ 18ਵੀਂ ਪੌੜੀ ਦੇ ਪਹਿਲੇ ਸ਼ਲੋਕ ਦੇ ਨਾਲ ਸ਼ਲੋਕ ਦੋਹਾ ਮਹਿਲਾ ਪੰਜਵਾਂ, ਜਿਵੇਂ ਆਪ ਜੀ ਨੇ ਹਿੰਦੀ ਦੀਆਂ ਕਿਤਾਬਾਂ ਦੇ ਅੰਦਰ ਦੇਖਿਆ ਹੋਏਗਾ, ਹਿੰਦੀ ਦੇ ਲਿਟਰੇਚਰ 'ਚ ਦੇਖਿਆ ਹੋਏਗਾ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਆਪਾਂ ਪੜ੍ਹਦੇ ਹਾਂ ਕਬੀਰ ਸਾਹਿਬ ਦੇ ਸ਼ਲੋਕ, ਔਰ ਉਹਨਾਂ ਹੀ ਸ਼ਲੋਕਾਂ ਨੂੰ ਉੱਥੇ ਹਿੰਦੀ ਵਿੱਚ ਲਿਖਿਆ ਹੁੰਦਾ ਕਬੀਰ ਸਾਹਿਬ ਦੇ ਦੋਹੇ। ਤੋ ਇੱਕ ਹੀ ਭਾਵ ਹੈ, ਸ਼ਲੋਕ ਦਾ ਅਰਥ ਦੋਹੇ ਦਾ ਅਰਥ ਦੋ ਚੀਜ਼ਾਂ ਨਹੀਂ ਆ, ਉਹ ਇੱਕ ਹੀ ਚੀਜ਼ ਹੈ। ਇੱਥੇ ਸ਼ਲੋਕ ਵੀ ਵਰਤਿਆ ਤੇ ਦੋਹਾ ਵੀ ਵਰਤਿਆ, ਸੋ ਕੋਈ ਅੰਤਰ ਵਾਲਾ ਮਸਲਾ ਨਹੀਂ। ਹਾਂਜੀ। एक जैसा जन्म मैं किया सर्व कला समरथ। जियो हमारा खनी है हर मन तन संदड़ी बात। महला पंजवा। जे कर दहन प्यारे तुद नू छोड़ा मूल। ਤੁਧ ਨਾ ਛੋਡਾ ਮੂਲ। तुद ना छोड़ा मूल। हर छोड़न से दुर्जना पढ़े दो जग कै सूल। पौड़ी सब निधान कर जिस गै हर करे सो होवै। जब जब जीवै संत जन पापा मल धोवै। चरण कमल हृदय वसै संकट सब होवै। गुर पूरा दुख पेटिया मर जन्म न रोवै। प्रभ दर्श प्यास नानक कणी कृपा कर देवै। श्लोक दखना महला पंचमा। होरी परम मंझाए प्री मोहब्बत हित तू। जितों बंधर जाए तिथाऊं मौजूद सोए। महला पंजवा। चढ़ के घोरड़े कुंदे पकड़े कुंडी दी खेडारी। हंसा सेती चित उलासै कुक्कड़ दी उडारी। पौड़ी रसना उचरै हर श्रवणी सुनै सो उधरै मिता। जिस हर जस लिखै लाए भावनी से हस्त पविता। 68 तीरथ मजना सब पुन तिन किता। संसार सागर ते उतरे विख्या गढ़ जिता। नानक लड़ लाए उधारियन दई सेव अमिता। श्लोक महला पंजवा। ਇਹਦੇ 'ਚ ਅਸੀਂ ਸ਼ਲੋਕ ਪੜ੍ਹ ਰਹੇ ਹਾਂ। ਚੜ ਕੇ ਘੋੜੜੈ ਕੁੰਦੇ ਪਕੜੈ ਖੂੰਡੀ ਦੀ ਖੇਡਾਰੀ। ਹੰਸਾਂ ਸੇਤੀ ਚਿੱਤ ਉਲਾਸੈ ਕੁੱਕੜ ਦੀ ਉਡਾਰੀ। ਸਤਿਗੁਰੂ ਜੀ ਨੇ ਕੁਝ ਐਸੇ ਬੰਦਿਆਂ ਦੀ ਜੀਵਨ ਚਾਲ ਸਾਹਮਣੇ ਲਿਆਂਦੀ ਹੈ। ਇੱਕ ਗੇਮ, ਇੱਕ ਖੇਡ ਆਪ ਜੀ ਨੇ ਵੇਖੀ ਹੋਏਗੀ। ਘੋੜੇ ਤੇ ਸਵਾਰ ਹੋ ਕੇ, ਕੀ ਉਹ ਪੋਲੋ ਕਹਿੰਦੇ ਜੀ, ਉਹਨੂੰ ਗੇਮ ਨੂੰ ਪੋਲੋ ਕਹਿੰਦੇ ਆ।
ਇੱਕ ਥੋੜਾ ਜਿਹਾ ਇਸ਼ਾਰਾ ਹੋਰ ਵੀ ਸਤਿਗੁਰੂ ਕਰਦੇ ਆ। ਬੰਦੂਕ ਹੱਥ ਵਿੱਚ ਲੈ ਕੇ ਘੋੜੇ ਤੇ ਚੜ੍ਹ ਕੇ ਬੰਦੂਕ ਦਾ ਨਿਸ਼ਾਨਾ ਲਾਉਣਾ। ਇੱਕ ਸ਼ਾਇਦ ਆਪ ਜੀ ਨੇ ਕਦੀ ਆਨੰਦਪੁਰ ਸਾਹਿਬ ਦੇਖਿਆ ਹੋਵੇਗਾ, ਜਦੋਂ ਨਿਹੰਗ ਸਿੰਘ ਘੋੜਿਆਂ ਤੇ ਚੜ੍ਹ ਕੇ ਹੋਲੇ ਮਹੱਲੇ ਤੇ ਉਹ ਨੇਜਾਬਾਜੀ ਕਰਦੇ ਆ ਤਾਂ ਬੜੇ ਜ਼ੋਰ ਨਾਲ ਘੋੜੇ ਨੂੰ ਭਜਾ ਕੇ ਲਿਆਉਂਦੇ ਆ, ਔਰ ਇੱਕ ਥਾਂ ਤੇ ਉਹਨਾਂ ਨੇ ਕੁਝ ਘਾਹ ਵਗੈਰਾ ਦੇ ਬੂਟੇ ਗੱਡੇ ਹੁੰਦੇ ਆ, ਉਸ ਨੂੰ ਉਹਨਾਂ ਨੇ ਨੇਜੇ ਨਾਲ ਪੁੱਟਣਾ ਆ, ਔਰ ਉਹ ਘੋੜੇ ਦੇ ਉੱਤੇ ਚੜ੍ਹ ਕੇ, ਜਿਵੇਂ ਗੇਮ ਦੀ ਅਸੀਂ ਗੱਲ ਕਰ ਰਹੇ ਹਾਂ, ਪੋਲੋ ਗੇਮ, ਘੋੜੇ ਤੇ ਚੜ੍ਹ ਕੇ ਹੱਥ 'ਚ ਬੰਦੂਕ ਲੈ ਕੇ ਕਿਸੇ ਮਿੱਥੇ ਹੋਏ ਥਾਂ ਤੇ ਨਿਸ਼ਾਨਾ ਲਾਉਣਾ, ਘੋੜੇ ਤੇ ਚੜ੍ਹ ਕੇ ਹੱਥ ਵਿੱਚ ਨੇਜਾ ਲੈ ਕੇ ਨਿਸ਼ਚਿਤ ਥਾਂ ਦੇ ਉੱਤੇ ਜੋ ਵੀ ਕੋਈ ਬੂਟੇ ਗੱਡੇ ਗਏ ਉਹਨਾਂ ਨੂੰ ਜੜ੍ਹਾਂ ਤੋਂ ਉਖਾੜਨਾ। ਇਹ ਇਸ ਸੰਸਾਰ ਦੇ ਅੰਦਰ ਸਾਡੇ ਸਮਾਜ ਦੇ ਵਿੱਚ ਕੁਝ ਖੇਡਾਂ ਇਦਾਂ ਦੀਆਂ ਪ੍ਰਚਲਿਤ ਨੇ। ਸਤਿਗੁਰੂ ਜੀ ਕਹਿੰਦੇ ਚੜ੍ਹ ਕੇ ਘੋੜੜੇ ਕੁੰਦੇ ਪਕੜੈ, ਘੋੜੇ ਦੇ ਉੱਤੇ ਚੜ੍ਹ ਕੇ ਬੰਦੂਕਾਂ ਦੇ ਹੱਥੇ ਸੰਭਾਲਦੇ ਆ, ਬੰਦੂਕਾਂ ਸੰਭਾਲਦੇ ਆ। ਖੂੰਡੀ ਦੀ ਖੇਡਾਰੀ, ਖੂੰਡੀ ਜਿਹਨੂੰ ਆਪਾਂ ਅੱਜ ਕੱਲ੍ਹ ਹਾਕੀ ਕਹਿੰਦੇ ਆ, ਇਹ ਹੁਣ ਹਾਕੀ ਹੋ ਗਈ। ਅਸਲ 'ਚ ਪਿੰਡਾਂ ਦੇ ਵਿੱਚ ਰੁੱਖਾਂ ਤੋਂ ਕੱਚੀਆਂ ਟਾਹਣੀਆਂ ਵੱਢ ਕੇ ਤਾਂ ਉਹ ਵਿੰਗੀ ਟਾਹਣੀ ਦੇ ਨਾਲ ਟਾਕੀਆਂ ਦੀ ਕੱਪੜੇ ਦੀ ਬਣਾਈ ਹੋਈ ਬਾਲ, ਉਹਨੂੰ ਖਿੱਦੋ ਖੂੰਡੀ ਕਹਿੰਦੇ ਸੀ। ਮਹਾਰਾਜ ਕਹਿੰਦੇ ਖੇਡ ਖੂੰਡੀ ਦੀ ਖੇਡਣੀ ਆਉਂਦੀ ਹੈ, ਖੇਡ ਖੂੰਡੀ ਦੀ ਖੇਡਣੀ ਆਉਂਦੀ ਹੈ, ਤੇ ਉਮੀਦ ਰੱਖ ਰਿਹਾ ਕਿ ਘੋੜੇ ਤੇ ਚੜ੍ਹ ਕੇ ਬੰਦੂਕ ਦੇ ਨਾਲ ਮੈਂ ਸਹੀ ਨਿਸ਼ਾਨਾ ਲਾਵਾਂਗਾ। ਦੂਜੀ ਉਦਾਹਰਣ ਸਤਿਗੁਰੂ ਦਿੰਦੇ ਨੇ, ਹੰਸਾਂ ਸੇਤੀ ਚਿੱਤ ਉਲਾਸੇ ਕੁੱਕੜ ਦੀ ਉਡਾਰੀ। ਜਿਵੇਂ ਉਮੀਦ ਤਾਂ ਇਹ ਲਾਈ ਜਾ ਰਹੀ ਕਿ ਹੰਸਾਂ ਦੇ ਬਰਾਬਰ ਦੇ ਉੱਤੇ ਉੱਚੀ ਤੇ ਲੰਬੀ ਉਡਾਰੀ ਲਾਈ ਜਾਏ, ਪਰ ਸਮਰੱਥਾ ਸਿਰਫ ਕੁੱਕੜ ਜਿੰਨੀ ਹੈ। ਕੁੱਕੜ ਲੰਬੀ ਉਡਾਰੀ, ਉੱਚੀ ਉਡਾਰੀ ਨਹੀਂ ਮਾਰ ਸਕਦਾ। ਕੁੱਕੜ ਤਾਂ ਵਿਚਾਰਾ ਛਾਲ ਮਾਰ ਕੇ ਕੰਧ ਤੇ ਚੜ ਗਿਆ, ਕੰਧ ਤੋਂ ਥੱਲੇ ਉਤਰ ਗਿਆ, ਇੰਨਾ ਕੀ ਕਰ ਸਕਦਾ। ਸਤਿਗੁਰੂ ਨੇ ਦੋ ਉਦਾਹਰਣਾਂ ਦਿੱਤੀਆਂ, ਕਹਿੰਦੇ ਖੂੰਡੀ ਦੀ ਖੇਡ ਖੇਡਣੀ ਆਉਂਦੀ ਹੈ, ਪਰ ਚੜ੍ਹ ਘੋੜੇ ਤੇ ਰਿਹਾ ਕਿ ਮੈਂ ਘੋੜੇ ਤੇ ਚੜ੍ਹ ਕੇ ਬੰਦੂਕ ਦਾ ਨਿਸ਼ਾਨਾ ਲਾਵਾਂਗਾ। ਸਮਰੱਥਾ ਕੁੱਕੜ ਜਿੰਨੀ ਹੈ ਤੇ ਉਮੀਦ ਇਹ ਲਾ ਰਿਹਾ ਹੈ ਕਿ ਮੈਂ ਹੰਸਾਂ ਜਿੰਨੀ ਉੱਚੀ ਤੇ ਲੰਬੀ ਉਡਾਰੀ ਲਾਉਣੀ ਹੈ। ਇਹ ਸੰਭਵ ਨਹੀਂ ਹੈ। ਹਰੇਕ ਨੂੰ ਆਪਣੇ ਦਾਇਰੇ 'ਚ ਆਪਣੀ ਸਮਰੱਥਾ ਦੇ ਵਿੱਚ ਰਹਿਣਾ ਚਾਹੀਦਾ ਹੈ। ਔਰ ਜਦੋਂ ਅਸੀਂ ਮਾਝ ਕੀ ਵਾਰ ਦੇ ਵਿੱਚ ਵੀ ਪੜ੍ਹਿਆ ਸੀ, ਮੰਤਰੀ ਹੋਏ ਅਠੂਆਂ ਨਾਗੀ ਲੱਗੈ ਜਾਏ, ਆਪਣ ਹੱਥੀਂ ਆਪਣੇ ਦੇ ਕੂਚਾ ਆਪੇ ਲਾਏ। ਜਦੋਂ ਜੋਗ ਥਾਵਾਂ ਤੇ ਅਜੋਗ ਬੰਦੇ ਹੱਥ ਪਾਉਣਗੇ ਨਾ, ਫਿਰ ਇਹ ਹਾਲ ਹੁੰਦਾ ਹੀ ਆ, ਫਿਰ ਸਫਲਤਾ ਨਹੀਂ, ਹਾਰ ਹੀ ਹੋਏਗੀ। ਫਿਰ ਉਹ ਮਖੌਲ ਦਾ, ਦੁਨੀਆ ਦੇ ਵਿੱਚ ਮਜ਼ਾਕ ਦਾ ਕਾਰਨ ਹੀ ਬਣਨਗੇ, ਉਹਦੇ ਵਿੱਚ ਕੁਝ ਵੀ ਲਾਭ ਹੋਣ ਵਾਲਾ ਨਹੀਂ। ਤੋ ਸਤਿਗੁਰੂ ਜੀ ਨੇ ਇਹਦੇ 'ਚ ਉਦਾਹਰਣ ਦਿੱਤੀ ਕਿ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਕੁਝ ਲੋਕ ਆ ਨਾ, ਮਨ ਦੇ ਪਿੱਛੇ ਚੱਲਣ ਵਾਲੇ, ਉਹ ਮਨ ਦੇ ਪਿੱਛੇ ਚੱਲਣ ਵਾਲਿਆਂ ਦਾ ਹਾਲ ਇਹ ਹੀ ਹੈ, ਰੀਸ ਵੱਡੀ ਕਰ ਲੈਂਦੇ ਨੇ, ਸਮਰੱਥਾ ਘੱਟ ਹੈ, ਤਿਆਰੀ ਹੈ ਨਹੀਂ, ਤਜਰਬਾ ਹੈ ਨਹੀਂ, ਰੀਸ ਵੱਡੀ ਕਰ ਲੈਂਦੇ ਨੇ, ਕੰਮ ਉਹਨਾਂ ਕਰਦੇ ਨਹੀਂ। ਔਰ ਤੁਸੀਂ ਧਾਰਮਿਕ ਦੁਨੀਆ ਦੇ ਅੰਦਰ ਵੀ ਵੇਖੋਗੇ, ਰਾਜਨੀਤਿਕ ਦੁਨੀਆ ਦੇ ਅੰਦਰ ਵੀ ਦੇਖੋਗੇ, ਹਰ ਇੱਕ ਪਾਸੇ ਜਿੱਧਰ ਨੂੰ ਵੀ ਦੇਖੋਗੇ, ਜਿਹਦੇ ਨਾਲ ਅੱਜ 4 ਬੰਦੇ ਖਲੋਤੇ ਆ ਨਾ, ਉਹ ਕੱਲ ਨੂੰ ਐਮਐਲਏ ਤੋਂ ਘੱਟ ਨਹੀਂ ਸਮਝਦਾ। ਜਿਹਦੇ ਮਗਰ ਅੱਜ 2 ਬੰਦੇ ਖਲੋਤੇ ਆ ਨਾ, ਉਹ ਕੱਲ ਨੂੰ ਪਹੁੰਚਿਆ ਹੋਇਆ ਮਹਾਂਪੁਰਸ਼ ਤੇ ਸੰਤ ਅਖਵਾਉਣ ਲੱਗ ਜਾਂਦਾ। ਇਹ ਸਾਡੇ ਸਾਰੇ ਸਮਾਜ ਦੇ ਅੰਦਰ ਹੀ ਵਿਗਾੜ ਹੈ। ਇਹ ਸਾਡੇ ਸਾਰੇ ਸਮਾਜ ਦੇ ਅੰਦਰ ਹੀ ਦਸ਼ਾ ਐਸੀ ਬਣੀ ਹੋਈ ਹੈ। ਤੋ ਸਤਿਗੁਰੂ ਕਹਿੰਦੇ ਹੋਣਾ ਕੁਛ ਨਹੀਂ, ਲਾਭ ਕੋਈ ਨਹੀਂ, ਨਿਕਲਣਾ ਕੁਛ ਨਹੀਂ, ਬਦਲਣਾ ਕੁਛ ਨਹੀਂ। ਜਦੋਂ ਇਹੋ ਜਿਹੀ ਹਾਲਤ ਹੋਏਗੀ, ਆਉਂਦਾ ਜਾਂਦਾ ਕੱਖ ਨਹੀਂ,
ਪਰ ਟਾਰਾਂ ਨਿਸ਼ਾਨੇ ਵੱਡੇ ਮਿਥੇ ਜਾ ਰਹੇ ਆ, ਉਹਦੇ ਚੋਂ ਨਿਕਲਣਾ ਕੁਛ ਨਹੀਂ। ਸਮਰੱਥਾ ਥੋੜੀ ਹੈ, ਨਿਸ਼ਾਨੇ ਵੱਡੇ ਦੱਸੇ ਜਾ ਰਹੇ, ਜਕਾਰੇ ਵੱਡੇ ਲੱਗ ਰਹੇ ਨੇ, ਨਾਰੇ ਵੱਡੇ ਲਾਏ ਜਾ ਰਹੇ ਆ, ਕੁਛ ਨਹੀਂ ਨਿਕਲਣਾ। ਤੋ ਆਉਣ ਵਾਲੇ ਸਮੇਂ ਦੇ ਅੰਦਰ ਤੁਸੀਂ ਵੇਖ ਹੀ ਰਹੇ ਹੋ, ਰੋਜ਼ ਵੇਖਦੇ ਹੋ ਕਿ ਪੰਜਾਬ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਬੜੇ ਨਾਰੇ, ਬੜੀਆਂ ਟਾਰਾਂ। ਤਾਂ ਮੈਂ ਵੇਖਦਾ ਰਹਿਣਾ ਕਿ ਬਹੁਤ ਸਾਰੇ ਸਾਡੇ ਬੰਦੇ ਪੰਜਾਬ ਦੇ ਵਿੱਚ ਰਹਿਣ ਵਾਲੇ ਉਹਨਾਂ ਚੀਜ਼ਾਂ ਦੇ ਵਿੱਚ ਇੱਕ ਦੂਜੇ ਨਾਲ ਸਿਰ ਫਸਾਈ ਕਰਦੇ ਰਹਿੰਦੇ ਆ। ਉਹ ਕਹਿੰਦਾ ਵੇਖਿਆ ਇਹਨੇ ਆਹ ਕਹਿ ਦਿੱਤਾ, ਇਦਾਂ ਹੋ ਜਾਣਾ ਹੁਣ, ਜੇ ਆ ਗਿਆ ਇਹਨੇ ਇਦਾਂ ਕਿਹਾ ਨਾ, ਵੇਖੀ ਪੰਜਾਬ ਅੱਗੇ ਲੰਘ ਜਾਣਾ। ਅੱਗੇ 17 ਸਾਲਾਂ 'ਚ ਵੀ ਇਹੀ ਕੁਛ ਹੋਇਆ ਹੈ। ਪਿਛਲੇ ਬੀਤੇ ਸਮੇਂ ਦੇ ਵਿੱਚ ਕਦੋਂ ਨਹੀਂ ਨਾਰੇ ਲੱਗੇ, ਕਦੋਂ ਨਹੀਂ ਵਾਅਦੇ ਹੋਏ, ਕਦੋਂ ਨਹੀਂ ਇਹ ਗੱਲਾਂ ਹੋਈਆਂ। ਇਹ ਸਾਰਾ ਕੁਝ ਹੀ ਹੁੰਦਾ ਆ। ਇੱਕ ਕਹਿੰਦਾ 300 ਯੂਨਿਟ ਬਿਜਲੀ ਮਾਫ ਕਰ ਦੇਣੀ, ਦੂਜਾ ਕਹਿੰਦਾ 400 ਕਰ ਦੇਣੀ ਆ। ਖੋਰੇ ਕਿੱਧਰ ਨੂੰ ਜਾਣਾ ਮਸਲਾ ਹੈ। ਤੋ ਜਿਹੜੇ ਲੋਕਾਂ ਦੇ ਅਸਲ ਮੁੱਦੇ ਆ, ਲੋਕਾਂ ਨੂੰ ਜੋ ਚਾਹੀਦਾ ਆ, ਉਹ ਗੱਲਾਂ ਕੋਈ ਵੀ ਨਹੀਂ ਕਰ ਰਿਹਾ। ਸਮਾਜ ਕਿੱਥੇ ਫਸਿਆ ਹੋਇਆ, ਸਮਾਜ ਦੀਆਂ ਉਲਝਣਾਂ ਕੀ ਆ, ਸਮਾਜ ਨੂੰ ਰੋਟੀ ਤੇ ਇਹ ਸੰਸਾਰ ਦੀਆਂ ਜਿਹੜੀਆਂ ਮੁੱਖ ਲੋੜਾਂ ਆ, ਦਵਾਈ ਆ, ਪੜ੍ਹਾਈ ਆ, ਇਹ ਕਿੱਥੋਂ ਮਿਲਣਗੀਆਂ, ਉਧਰ ਕੋਈ ਧਿਆਨ ਨਹੀਂ ਦੇ ਰਿਹਾ, ਕਿਸੇ ਦਾ ਧਿਆਨ ਨਹੀਂ। ਪਿਛਲੇ ਲੰਘੇ ਸਮੇਂ ਦੇ ਵਿੱਚ ਆਕਸੀਜਨ ਦਾ ਰੌਲਾ ਪਿਆ, ਹਸਪਤਾਲਾਂ ਦਾ ਰੌਲਾ ਪਿਆ। ਇਹ ਠੀਕ ਹੈ, ਸਮਾਜ ਸੇਵੀ ਲੋਕਾਂ ਨੇ ਬੜੀ ਸੇਵਾ ਕੀਤੀ, ਬੜਾ ਹੱਥ ਵਟਾਇਆ, ਪਰ ਤੁਸੀਂ ਨਾਲ ਇਹ ਵੀ ਦੇਖੋ, ਹੁਣ ਤੀਜੀ ਲਹਿਰ ਦਾ ਫੇਰ ਰੌਲਾ ਪੈ ਰਿਹਾ। ਤਿਆਰੀ ਕੀ ਹੈ? ਕੋਈ ਵੀ ਸਰਕਾਰ ਜਾਂ ਲੀਡਰ, ਕੋਈ ਵੀ ਇਸ ਪਾਸੇ ਧਿਆਨ ਦੇ ਰਿਹਾ ਕਿ ਤੀਜੀ ਲਹਿਰ ਦਾ ਨਾਰਾ ਤਾਂ ਦੇ ਰਹੇ, ਲੋਕਾਂ ਨੂੰ ਡਰਾ ਤਾਂ ਤੁਸੀਂ ਰਹੇ ਆ, ਉਹਦੇ ਲਈ ਪ੍ਰਬੰਧ ਤੁਹਾਡੇ ਕੋਲ ਕੀ ਹੈ? ਕਿ ਜਿਹੜੀਆਂ ਐਂਬੂਲੈਂਸਾਂ ਖਰਾਬ ਖਲੋਤੀਆਂ ਨੇ, ਨਕਾਰਾ ਹੋਈਆਂ ਖਲੋਤੀਆਂ ਨੇ, ਉਹ ਸਵਾਰ ਲਈਆਂ? ਹਸਪਤਾਲਾਂ 'ਚ ਡਾਕਟਰ ਤੁਸੀਂ ਭਰਤੀ ਕਰ ਲਿਆ? ਤੁਸੀਂ ਤੇ ਸੜਕਾਂ ਤੇ ਕੁੱਟਣੇ ਸ਼ੁਰੂ ਕੀਤੇ ਹੋਏ ਆ। ਕੋਈ ਟੈਂਕੀਆਂ ਤੇ ਚੜ ਰਿਹਾ, ਕੋਈ ਸੜਕਾਂ ਦੇ ਉੱਤੇ ਵਿਚਾਰਾ ਕੁੱਟ ਖਾ ਰਿਹਾ, ਹਸਪਤਾਲ ਵਿਹਲੇ ਪਏ ਨੇ। ਕੀ ਦਵਾਈ ਦਾ ਪ੍ਰਬੰਧ ਹੋ ਗਿਆ? ਬਸ ਇਹਨਾਂ ਦਾ ਵਿਚਾਰਿਆਂ ਦੀ ਇੰਨੀ ਕਿ ਡਿਊਟੀ ਆ ਵੀ ਤੀਜੀ ਲਹਿਰ ਆ ਰਹੀ ਆ ਵੀ ਤਕੜੇ ਰਿਓ, ਤੁਹਾਨੂੰ ਘਰਾਂ 'ਚ ਵਾੜਨਾ ਹੈ, ਲਾਕਡਾਊਨ ਲੱਗ ਜਾਣਾ। ਤੇ ਉਹ ਡਰਾ ਕੇ ਲੋਕਾਂ ਨੂੰ ਬੁਰਾ ਹਾਲ ਇਹਨਾਂ ਨੇ ਕੀਤਾ ਪਿਆ। ਜਦ ਕਿ ਜੇ ਆ ਹੀ ਜਾਣੀ ਆ ਤਾਂ ਉਹਦਾ ਪ੍ਰਬੰਧ ਕਰੋ। ਤੋ ਇਹ ਬਹੁਤੇ ਲੋਕ ਇਦਾਂ ਦੇ ਹੀ ਨਾਰੇ ਲਾਉਣ ਵਾਲੇ, ਸਿਰਫ ਸਬਜ਼ ਬਾਗ ਵਿਖਾਉਣ ਵਾਲੇ ਲੋਕ ਨੇ। ਇਹਦੇ 'ਚ ਕੁਛ ਨਹੀਂ ਨਿਕਲਣਾ। ਜਿਹੜਾ ਸ਼ਲੋਕ ਸਤਿਗੁਰੂ ਨੇ ਰੱਖਿਆ, ਸਿਰਫ ਇਹਨਾਂ 2 ਲਾਈਨਾਂ ਦੇ ਵਿੱਚ ਅਸੀਂ ਕਿ ਉਹ ਘੋੜੇ ਤੇ ਚੜ੍ਹ ਕੇ ਨਿਸ਼ਾਨੇ ਲਾਉਣ ਦੀ ਗੱਲ ਕਰਦੇ ਆ, ਜਦ ਕਿ ਸਮਰੱਥਾ ਨਹੀਂ। ਹੰਸਾਂ ਨਾਲ ਉੱਡਣ ਦੀ ਗੱਲ ਕਰਦੇ ਆ, ਜਦ ਕਿ ਸਮਰੱਥਾ ਕੁੱਕੜ ਜਿੰਨੀ ਆ। ਸਤਿਗੁਰੂ ਕਹਿੰਦੇ ਸਿਰਫ ਇੰਨਾ ਹੀ, ਇੰਨੇ ਥਾਂ 'ਚ ਨਾ, ਇਸ ਸ਼ਲੋਕ ਨੂੰ ਤੁਸੀਂ ਸਾਰੇ ਪਾਸੇ ਆਲੇ ਦੁਆਲੇ 'ਚ ਝਾਤ ਮਾਰ ਕੇ ਦੇਖਿਓ। ਇਹ ਸ਼ਲੋਕ ਵੱਡੇ ਵਿਸਥਾਰ ਦੇ ਵਿੱਚ ਸਾਡੇ ਸਾਹਮਣੇ ਗੱਲ ਕਰ ਰਿਹਾ। ਔਰ ਇਸ ਸ਼ਲੋਕ ਨੂੰ ਜਦੋਂ ਅਸੀਂ ਦੇਖ ਕੇ ਗੱਲ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ, ਤਾਂ ਆ ਜਿੰਨਾ ਸਾਡੇ ਆਲੇ ਦੁਆਲੇ ਰਾਜਨੀਤਿਕ, ਧਾਰਮਿਕ ਤੇ ਹੋਰ ਬਖੇੜਾ ਹੈ, ਇਹਦੇ 'ਚੋਂ ਸਮਝ ਆ ਸਕਦਾ ਹੈ। ਧਿਆਨ ਰੱਖਣਾ ਜੀ। ਸ਼ਲੋਕ ਮਹਿਲਾ ਪੰਜਵਾਂ। ਤੰਦੜੇ ਫੁਲਾ ਚਿਤ ਨਾਵੈ ਵਿਕੜੋ, ਨਾਨਕ ਸਈ ਤਨ ਪੁਤਨ ਜਿਨਾ ਸਾਈਂ ਵਿਸਰੈ। ਸਈ ਤਨ ਫੁਟਨ, ਸਈ ਤਨ ਪੁਤਨ ਜਿਨਾ ਸਾਈਂ ਵਿਸਰੈ। ਮਹਿਲਾ ਪੰਜਵਾਂ। ਪ੍ਰੇਤੋਂ ਕੀ ਤੋਨ ਦੇਵਤਾ ਤਿਨ ਕਰਣਾ ਹਾਰੇ। ਹਾਂਜੀ, ਪ੍ਰੇਤੋਂ ਉਚਾਰਨ ਹੋਏਗਾ ਪ੍ਰੇਤੋਂ, ਤੇ ਅਰਥ ਰਹੇਗਾ ਪ੍ਰੇਤ ਤੋਂ। ਪ੍ਰੇਤ ਤੋਂ ਕੀਤੋਨ ਦੇਵਤਾ। ਤੇ ਕਈ ਵਾਰੀ ਅਸੀਂ ਪਾਠ ਇਹਦਾ ਪੜ੍ਹ ਜਾਂਦੇ ਆ ਕਤੋਨ। ਕਤੋਨ ਨਹੀਂ ਆ, ਕੀਤੋਨ। ਇਦਾਂ ਹੀ ਅਸੀਂ ਰਹਿਰਾਸ ਦੇ ਪਾਠ ਦੇ ਸਮਾਪਤੀ ਵੇਲੇ ਉੱਥੇ ਵੀ ਪੜ੍ਹਦੇ ਹਾਂ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਤੋਈ। ਕਤੋਈ ਨਹੀਂ ਹੈਗਾ, ਮੈਨੂੰ ਜੋਗ ਕੀਤੋਈ।
ਉੱਥੇ ਵੀ ਸਹੀ ਉਚਾਰਨ, ਮੈਨੋ ਜੋਗ ਕੀਤੋਈ, ਕੀਤੋਈ। ਤਾਂ ਇਹ ਕੋਈ ਓਪਰਾ ਸ਼ਬਦ ਨਹੀਂ, ਆਪਾਂ ਆਮ ਹੀ ਆਪਣੇ ਘਰਾਂ 'ਚ ਵਰਤਦੇ ਹਾਂ, ਸਾਰੇ ਹੀ ਪੰਜਾਬੀ ਬੋਲਣ ਵਾਲੇ ਆ। ਤਾਂ ਤੁਸੀਂ ਦੇਖੋ, ਜਦੋਂ ਕੋਈ ਘਰ 'ਚ ਚੀਜ਼ ਖਰਾਬ ਹੋ ਜਾਏ, ਡੁੱਲ ਜਾਏ, ਕੋਈ ਬੱਚੇ ਨੇ ਸ਼ਰਾਰਤ ਕੀਤੀ ਆ, ਤਾਂ ਆਪਾਂ ਇਹ ਸ਼ਬਦ ਆਮ ਹੀ ਵਰਤਦੇ ਨਾ। ਇਹ ਉਹਨੇ ਕੀਤਾ ਹੀ, ਕੀਤਾ ਹੀ, ਈ ਨਾਲ ਸ਼ਬਦ ਅਸੀਂ ਵਰਤ ਰਹੇ ਹਾਂ। ਮੈਨੋ ਜੋਗ ਕੀਤੋਈ, ਕੀਤੋਈ। ਤਾਂ ਇਦਾਂ ਹੀ ਇੱਥੇ ਵੀ ਅਸੀਂ ਪ੍ਰੇਤੋਂ ਕੀਤੋਨ ਦੇਵਤਾ, ਕੀਤੋਨ ਦੇਵਤਾ, ਉਸ ਨੇ ਕੀਤਾ ਪ੍ਰੇਤ ਤੋਂ ਦੇਵਤਾ, ਪ੍ਰੇਤ ਤੋਂ ਦੇਵਤਾ ਬਣਾ ਦਿੱਤਾ, ਉਸ ਨੇ ਬਣਾਇਆ। ਤੋ ਠੀਕ ਪਾਠ ਰੱਖਿਓ ਜੀ। ਪ੍ਰੇਤੋਂ, ਰੋਕ ਕੇ ਚੱਲੀਏ। ਪ੍ਰੇਤੋਂ ਕੀਤੋਨ ਦੇਵਤਾ ਤਿਨ ਕਰਨੈ ਹਾਰੇ। ਹਾਂਜੀ, ਸਭੇ ਸਿੱਧ ਉਬਾਰਿਆਂ ਪ੍ਰਭ ਪਾਦ ਸਵਾਰੇ। ਇੱਕ ਗੱਲ ਹੋਰ ਵੀ ਨਾਲ ਚੇਤੇ ਰੱਖਣੀ, ਜਦੋਂ ਅਸੀਂ ਇੱਥੇ ਹੁਣ ਵੇਖੋ ਸ਼ਲੋਕ ਪੜ੍ਹ ਰਹੇ ਹਾਂ, ਪ੍ਰੇਤੋਂ ਕੀਤੋਨ ਦੇਵਤਾ, ਤਾਂ ਸਾਨੂੰ ਕੋਈ ਉਲਝਣ ਨਹੀਂ ਪਈ, ਦਿਮਾਗ ਤੇ ਕੋਈ ਬਹੁਤਾ ਹਲਚਲ ਨਹੀਂ ਹੋਈ। ਸਾਨੂੰ ਲੱਗਿਆ ਕਿ ਜਿਹੜਾ ਪ੍ਰੇਤ ਬਿਰਤੀ ਵਾਲਾ ਬੰਦਾ ਨਾ, ਪ੍ਰੇਤ ਬਿਰਤੀ ਵਾਲਾ ਬੰਦਾ, ਉਹ ਦੇਵਤਾ ਹੋ ਗਿਆ, ਦੈਵੀ ਗੁਣਾ ਵਾਲਾ ਹੋ ਗਿਆ। ਪਰ ਅਸੀਂ ਪਿੱਛੇ ਸ੍ਰੀ ਰਾਗ ਕੀ ਵਾਰ ਵਿੱਚ ਸ਼ਲੋਕ ਪੜ੍ਹਦੇ ਸੀ, ਉੱਥੇ ਆਇਆ ਸੀਗਾ, ਜੇ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਤੇ ਫਿਰ ਅਸੀਂ ਕਾਂ ਜਿਹੜੇ ਆ ਨਾ, ਉਹ ਡਬੋ ਡਬੋ ਕੇ ਤੇ ਉਹਨਾਂ ਨੂੰ ਚਿੱਟੇ ਕਰਨ ਲੱਗ ਜਾਂਦੇ ਆ, ਵੀ ਵੇਖੋ ਜੀ ਕਾਂ ਚਿੱਟੇ ਹੋ ਗਏ, ਕਾਂ ਚਿੱਟੇ ਹੋ ਗਏ। ਉੱਥੇ ਵੀ ਕਾਂ ਮਨੁੱਖੀ ਬਿਰਤੀ ਦਾ ਹੀ ਮਸਲਾ ਆ। ਜਿਵੇਂ ਇੱਥੇ ਮਨੁੱਖੀ ਬਿਰਤੀ ਦਾ ਮਸਲਾ ਹੈ, ਪ੍ਰੇਤ ਬਿਰਤੀ ਦੇਵਤਾ ਬਿਰਤੀ ਹੋ ਜਾਂਦੀ ਆ, ਇਦਾਂ ਹੀ ਉੱਥੇ ਵੀ ਕਾਂ ਬਿਰਤੀ ਜਿਹੜੀ ਆ ਉਹ ਹੰਸ ਬਿਰਤੀ ਹੋ ਜਾਂਦੀ ਆ, ਗੁਰੂ ਜਦੋਂ ਕਰਦਾ ਆ। ਤਾਂ ਸਾਨੂੰ ਉਲਝਣ ਦੀ ਉੱਥੇ ਲੋੜ ਨਹੀਂ। ਉੱਥੇ ਕਾਂ ਆਇਆ ਤੇ ਅਸੀਂ ਇੱਧਰ ਉੱਧਰ ਭੱਜ ਗਏ, ਇੱਥੇ ਜਦੋਂ ਆਇਆ ਤਾਂ ਅਸੀਂ ਸਹਿਜ ਨਾਲ ਹੀ ਪ੍ਰਮਾਣ ਕਰ ਲਿਆ ਵੀ ਪ੍ਰੇਤ ਕੋਈ ਸ਼ਮਸ਼ਾਨ ਘਾਟ ਚੋਂ ਫੜ ਕੇ ਥੋੜਾ ਲਿਆਉਣਾ ਹੈ। ਜਿਹੜਾ ਰੱਬ ਤੋਂ ਟੁੱਟਾ ਹੈ ਉਹ ਪ੍ਰੇਤ ਹੈ। ਕਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਜਿਨ੍ਹਾਂ ਨੇ ਰੱਬ ਨਹੀਂ ਜਾਣਿਆ ਉਹ ਸਾਰੇ ਹੀ ਪ੍ਰੇਤ ਨੇ। ਅੱਗੇ ਸ਼ਲੋਕ ਵੀ ਆਏਗਾ, ਆਪਾਂ ਉਹ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਜਦੋਂ ਪੜਾਂਗੇ ਫਿਰ ਆਪਾਂ ਉੱਥੇ ਵਿਚਾਰ ਵੀ ਕਰਾਂਗੇ। ਤੋ ਇੱਥੇ ਪਾਠ ਦਾ ਧਿਆਨ ਰੱਖਿਓ, ਪ੍ਰੇਤੋਂ ਕੀਤੋਨ ਦੇਵਤਾ ਤਿਨ ਕਰਨੈ ਹਾਰੇ। ਜੀ, ਨਿੰਦਕ ਪਕੜ ਪਛਾੜਿਆ ਝੂਠੇ ਦਰਬਾਰੇ, ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ। ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾਇ, ਸਭ ਤਿਸੈ ਕਰਣਾ ਅਗਮ ਅਗੋਚਰ ਸਾਹਿਬੋ ਜੀਆਂ ਕਾ ਕਰਣਾ। ਹਸਤ ਦੇ ਪ੍ਰਤਪਾਲ ਦਾ ਭਰਨ ਪੋਖਣ ਕਰਨਾ, ਮਿਹਰਬਾਨ ਬਖਸ਼ਿੰਦ ਆਪ ਜਪ ਸੱਚੇ ਤਰਣਾ। ਜੋ ਤੁਧ ਭਾਵੈ ਸੋ ਭਲਾ ਨਾਨਕ ਦਾਸ ਸ਼ਰਣਾ। ਸ਼ਲੋਕ ਮਹਿਲਾ ਪੰਜਵਾਂ। ਬਿਨਾ ਭੁਖ ਨਾ ਕਾਰਹੀ, ਜਿਸ ਦਾ ਪ੍ਰਭ ਹੈ ਸੋਏ। ਨਾਨਕ ਚਰਣੀ ਲੱਗਿਆ ਉਧਰੈ ਸਭ ਕੋਏ। ਉਧਰੈ ਸਭੋ ਕੋਏ। ਉਧਰੈ ਸਭੋ ਕੋਏ। ਮਹਿਲਾ ਪੰਜਵਾਂ। ਜਾਚਕ ਮੰਗੈ ਨਿਤ ਨਾਮ, ਸਾਹਿਬ ਕਰੇ ਕਬੂਲ। ਨਾਨਕ ਪਰਮੇਸ਼ਰ ਜਜਮਾਨ, ਤਿਸੈ ਭੁਖ ਨ ਮੂਲ। ਪੌੜੀ ਮਨ ਰਤਾ ਗੋਬਿੰਦ ਸੰਗ, ਸਚ ਭੋਜਨ ਜੋੜੇ। ਪ੍ਰੀਤ ਲਗੀ ਹਰ ਨਾਮ ਸਿਉ, ਇਹ ਹਸਤੀ ਘੋੜੇ। ਰਾਜ ਮਿਲਕ ਖੁਸ਼ੀਆਂ ਕਣੀ, ਧਿਆਏ ਮੁਖ ਨ ਹੋਏ। ਢਾਡੀ ਘਰ ਪ੍ਰਭ ਮੰਗਣਾ, ਦਰ ਕਦੇ ਨ ਛੋਏ। ਨਾਨਕ ਮਨ ਤਨ ਚਾਓਏ, ਨਿਤ ਪ੍ਰਭ ਕੋ ਲੋਏ। ਹਾਂਜੀ, ਇੱਥੇ 21 ਪੌੜੀਆਂ ਇਹ ਸਮਾਪਤ ਹੋਈਆਂ। ਤੇ ਇੱਕ ਛੋਟੀ ਜੀ ਗੱਲ ਜਿਹੜੀ ਆਪ ਜੀ ਦੇ ਧਿਆਨ 'ਚ ਲਿਆਉਣੀ ਚਾਹੁੰਦਾ, ਜਿੱਦਣ ਆਪਾਂ ਵਾਰਾਂ ਸ਼ੁਰੂ ਕੀਤੀਆਂ ਸੀ ਉਦਣ ਆਪਾਂ ਇਹ ਯਾਦ ਕੀਤਾ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ 16 ਵਾਰਾਂ ਦੇ ਬਾਅਦ ਸ਼ੁੱਧ ਸ਼ਬਦ ਆ ਰਿਹਾ। ਇੱਕ ਵਾਰ ਦੇ ਅਖੀਰ ਤੇ ਸ਼ੁੱਧ ਕੀਚੇ ਆਉਂਦਾ, ਉਹ ਤੁਹਾਡੇ ਸਾਹਮਣੇ ਇਸ ਵੇਲੇ ਹੈਗਾ।
ਇੱਥੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਕ ਨੋਟ ਦਿੱਤਾ ਹੈ, ਕਹਿੰਦੇ ਸ੍ਰੀ ਕਰਤਾਰਪੁਰ ਵਾਲੀ ਬੀੜ ਵਿੱਚ, ਜਿਹੜੀ ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਜੀ ਕੋਲੋਂ ਲਿਖਵਾਈ, ਕਰਤਾਰਪੁਰ ਵਾਲੀ ਬੀੜ ਜਿਹੜੀ ਜਲੰਧਰ ਦੇ ਨੇੜੇ ਆ, ਸ੍ਰੀ ਕਰਤਾਰਪੁਰ ਵਾਲੀ ਬੀੜ ਵਿੱਚ ਇਹ ਲਫ਼ਜ਼ ਹਾਸ਼ੀਏ ਤੋਂ ਬਾਹਰ ਹਨ। ਹਾਸ਼ੀਆ ਹੁੰਦਾ ਹੈ ਜਿਹੜਾ ਬਾਹਰ ਅਸੀਂ ਬਾਰਡਰ ਕਹਿੰਦੇ ਆ, ਜਿਹੜੀ ਉਹਦੇ ਬਾਹਰ ਬਾਰਡਰ ਦੇ ਜਗ੍ਹਾ ਖਾਲੀ ਆ, ਇਹ ਅੱਖਰ ਉੱਥੇ ਲਿਖੇ ਹੋਏ ਸਨ। ਇਹ ਲਫ਼ਜ਼ ਹਾਸ਼ੀਏ ਤੋਂ ਬਾਹਰ ਹਨ। ਉਂਝ ਵਾਰ ਦੇ ਮੁੱਕਣ ਤੇ ਬਾਕੀ ਕਾਫੀ ਪੱਤਰਾ ਖਾਲੀ ਪਿਆ ਹੈ। ਇਸ ਦਾ ਭਾਵ ਇਹ ਹੈ ਕਿ ਇਹਨਾਂ ਲਫ਼ਜ਼ਾਂ ਦਾ ਬਾਣੀ ਨਾਲ ਕੋਈ ਸੰਬੰਧ ਨਹੀਂ ਹੈ। ਲਫ਼ਜ਼ ਸ਼ੁੱਧ ਕੀਚੇ ਸਿਰਫ ਇਸ ਵਾਰ ਨਾਲ ਹੈ, ਬਾਕੀ ਵਾਰਾਂ ਨਾਲ ਲਫ਼ਜ਼ ਸ਼ੁੱਧ ਹਾਸ਼ੀਏ ਤੋਂ ਬਾਹਰ ਵਰਤਿਆ ਹੈ। ਤੋ ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਲਿਖਤ ਹੈ ਜੀ, ਉਹਨਾਂ ਦਾ ਨੋਟ ਹੈ, ਆਪ ਜੀ ਨੇ ਧਿਆਨ ਰੱਖਣਾ। ਸ਼ੁੱਧ ਕੀਚੇ ਜਾਂ ਸ਼ੁੱਧ ਇਹ ਬਾਣੀ ਦਾ ਹਿੱਸਾ ਨਹੀਂ, ਭਾਈ ਗੁਰਦਾਸ ਜੀ ਲਈ ਹਦਾਇਤਾਂ ਸਨ ਔਰ ਹਾਸ਼ੀਏ ਤੋਂ ਬਾਹਰ ਸੀ ਕਰਤਾਰਪੁਰ ਵਾਲੀ ਬੀੜ ਦੇ ਵਿੱਚ। ਸੋ ਇੱਥੇ ਹੀ ਇਸ ਵਾਰ ਦੀ ਸਮਾਪਤੀ ਹੈ। ਤੋ ਅਗਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਈ ਧਿਆਨ ਰੱਖਿਓ। ਮੈਂ ਵੀਰਾਂ ਭੈਣਾਂ ਨੂੰ ਪੁੱਛਦਾ ਵੀ ਕਿੰਨਵੀਂ ਸ਼ੁਰੂ ਹੋਣੀ ਜੀ? ਹਾਂਜੀ, ਅਗਲੀ ਵਾਰ ਕਿੰਨਵੀਂ ਮੈਂ ਕਿਹਾ ਸ਼ੁਰੂ ਹੋਣੀ ਆ? ਚੌਥੀ। ਆਪਾਂ ਚੇਤੇ ਕਰਦਿਆਂ ਜਾਣਾ, ਨਿੱਕੀਆਂ ਨਿੱਕੀਆਂ ਗੱਲਾਂ ਆ, ਤੇ ਇੰਨੇ ਨਾਲ ਵੇਖੋ ਸਾਨੂੰ ਯਾਦ ਹੋ ਗਿਆ। ਸ੍ਰੀ ਰਾਗ ਕੀ ਵਾਰ, ਮਾਝ ਕੀ ਵਾਰ, ਗੌੜੀ ਕੀ ਵਾਰ ਮਹਿਲਾ ਚੌਥਾ, ਗੌੜੀ ਕੀ ਵਾਰ ਮਹਿਲਾ ਪੰਜਵਾਂ। ਇੰਨੇ ਕੁ ਨਾਲ ਹੀ ਆਪਾਂ ਨੂੰ ਵੇਖੋ ਯਾਦ ਹੋ ਜਾਣਾ। ਅਸੀਂ ਹੋਮਵਰਕ ਵੀ ਇੱਥੇ ਹੀ ਕਰ ਲਿਆ ਕਰਨਾ। ਕਿੰਨੀਆਂ ਵਾਰਾਂ ਹੋ ਗਈਆਂ? 4। ਠੀਕ ਹੈ ਜੀ। ਸ੍ਰੀ ਰਾਗ ਕੀ ਵਾਰ, ਮਾਝ ਕੀ ਵਾਰ, 2 ਗੌੜੀ ਕੀਆਂ ਵਾਰਾਂ, 4 ਆਪਾਂ ਪੜ੍ਹ ਲਈਆਂ। ਇਹ ਚੌਥੀ ਵਾਰ ਸੀ। ਅਗਲੀ ਵਾਰ ਆਸਾ ਕੀ ਵਾਰ 5ਵੀਂ ਵਾਰ ਆ ਰਹੀ ਹੈ। ਤੋ 462 ਅੰਕ ਤੋਂ ਸ਼ੁਰੂ ਹੋਏਗੀ। ਤੋ ਉਮੀਦ ਆ ਕਿ ਸਾਰੇ ਇਦਾਂ ਹੀ ਆਪਾਂ ਹਾਜ਼ਰੀਆਂ ਭਰਦਿਆਂ ਹੋਇਆਂ ਲਾਹਾ ਲੈਣ ਦਾ ਸਾਰੇ ਯਤਨ ਕਰਾਂਗੇ। ਸਾਰਿਆਂ ਦਾ ਇੱਕ ਵਾਰੀ ਫੇਰ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।